सतगुਰਾਂ ने अपार बख्शिश कीती है। सतगुਰਾਂ ਦੀ ਰਹਿਮਤ ਦੇ ਸਦਕਾ ਜੋ ਅੱਜ ਅਸੀਂ ਇਸ ਸੁਭਾਗੇ ਕਾਰਜ ਦੇ ਵਿੱਚ ਆਨੰਦ ਕਾਰਜ ਦੇ ਵਿੱਚ ਸ਼ਿਰਕਤ ਕਰ ਰਹੇ ਹਾਂ। ਸਤਿਗੁਰੂ ਜੀ ਦੇ ਸਨਮੁਖ ਲਾਵਾਂ ਦਾ ਪਾਠ ਹੋਇਆ, ਲਾਵਾਂ ਪੜ੍ਹੀਆਂ ਗਈਆਂ, ਲਾਵਾਂ ਹੋਈਆਂ ਨੇ। ਅਰਦਾਸ ਤੋਂ ਬਾਅਦ ਹੁਕਮਨਾਮੇ ਹੋਏ। ਹੁਣ ਕੁਝ ਸਮਾਂ ਸਤ ਸੰਗਤ ਜੀਓ ਆਪਾਂ ਸਤਿਗੁਰੂ ਜੀ ਦੇ ਸ਼ਬਦ ਦੀ ਵਿਚਾਰ ਕਰਨੀ ਹੈ। ਇਸ ਤੋਂ ਪਹਿਲਾਂ ਮੈਂ ਵਿਚਾਰ ਆਰੰਭ ਕਰਾਂ, ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਸਤ ਸੰਗਤ ਕਿ ਵਿਚਾਰ ਦੇ ਦੌਰਾਨ ਆਪਾਂ ਕਿਸੇ ਨੇ ਆਪਸ ਦੇ ਵਿੱਚ ਗੱਲ ਨਹੀਂ ਕਰਨੀ, ਇੱਧਰ ਉੱਧਰ ਨਹੀਂ ਦੇਖਣਾ, ਕਿਸੇ ਨੇ ਉਬਾਸੀ ਨਹੀਂ ਲੈਣੀ, ਕਿਸੇ ਨੇ ਉੱਠਣਾ ਨਹੀਂ। ਬੜੀ ਸਾਵਧਾਨੀ ਦੇ ਨਾਲ ਆਪਾਂ ਬੈਠਣਾ ਹੈ ਸਤ ਸੰਗਤ, ਕਿਉਂਕਿ ਇਹੀ ਸਮਾਂ ਹੈ ਸਹੀ ਕਾਰਜ ਦਾ ਸਤ ਸੰਗਤ। ਅਸੀਂ ਆਮ ਤੌਰ ਤੇ ਵਿਆਹਾਂ ਨੂੰ ਨੱਚਣਾ, ਗਾਉਣਾ ਤੇ ਟੱਪਣਾ ਇਹੀ ਵਿਆਹ ਸਮਝਦੇ ਹਾਂ, ਪਰ ਉਹ ਅਸਲ ਚੀਜ਼ ਨਹੀਂ ਹੈ। ਲਾਵਾਂ ਨਹੀਂ ਤੇ ਆਨੰਦ ਕਾਰਜ ਨਹੀਂ। ਲਾਵਾਂ ਹੈ ਤੇ ਆਨੰਦ ਕਾਰਜ, ਇਹ ਸਮਾਗਮ ਹੈ ਤੇ ਆਨੰਦ ਕਾਰਜ ਹੈ। ਤੋ ਆਓ ਜਿੰਨੇ ਆਪਾਂ ਜੁੜ ਬੈਠੇ ਹਾਂ ਸਤਿਗੁਰਾਂ ਦੀ ਬਖਸ਼ੀ ਫਤਿਹ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗ੍ਰਹਿਸਥ ਧਰਮ ਇੱਕ ਐਸਾ ਧਰਮ ਹੈ ਸਤ ਸੰਗਤ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਸਿਰਮੌਰ ਧਰਮ ਆਖਿਆ, ਸਾਰੇ ਧਰਮਾਂ ਦਾ ਪ੍ਰਧਾਨ ਆਖਿਆ। ਇਸ ਗੱਲ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਮੋਹਰ ਲਾਉਂਦਿਆਂ ਇੱਕ ਬਚਨ ਕੀਤਾ ਹੈ। ਕਹਿੰਦੇ ਨੇ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਰਬ ਧਰਮ ਮੈਂ ਗ੍ਰਹਿਸਥ ਪ੍ਰਧਾਨ। ਜਿਵੇਂ ਨਦੀਆਂ ਤੇ ਝੀਲਾਂ ਦੇ ਵਿੱਚੋਂ ਸਮੁੰਦਰ ਸਿਰਮੌਰ ਹੈ, ਸਮੁੰਦਰ ਪ੍ਰਧਾਨ ਹੈ। ਜਿਵੇਂ ਸਾਰੇ ਪੰਛੀਆਂ ਦੇ ਵਿੱਚੋਂ ਹੰਸ ਨੂੰ ਸ੍ਰੇਸ਼ਟ ਮੰਨਿਆ ਜਾਂਦਾ ਹੈ, ਪ੍ਰਧਾਨ ਮੰਨਿਆ ਜਾਂਦਾ ਹੈ, ਸਿਰਮੌਰ ਮੰਨਿਆ ਜਾਂਦਾ ਹੈ। ਜਿਵੇਂ ਰੁੱਖਾਂ ਤੇ ਬੂਟਿਆਂ ਦੇ ਵਿੱਚੋਂ ਚੰਦਨ ਨੂੰ ਸਿਰਮੌਰ ਪ੍ਰਧਾਨ ਮੰਨਿਆ ਜਾਂਦਾ ਹੈ। ਜਿਵੇਂ ਜਾਨਵਰਾਂ ਦੇ ਵਿੱਚੋਂ ਸ਼ੇਰ ਨੂੰ ਪ੍ਰਧਾਨ ਮੰਨਿਆ ਜਾਂਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਸਾਰੇ ਧਰਮਾਂ ਦੇ ਵਿੱਚੋਂ ਇਸੇ ਤਰ੍ਹਾਂ ਗ੍ਰਹਿਸਥ ਧਰਮ ਪ੍ਰਧਾਨ ਹੈ। ਗ੍ਰਹਿਸਥ ਧਰਮ ਨੂੰ ਪ੍ਰਧਾਨ ਕਿਉਂ ਕਿਹਾ ਗਿਆ, ਮੈਂ ਇਹ ਲੜੀ ਤੁਹਾਡੇ ਨਾਲ ਸਾਂਝੀ ਕਰਦਾ। ਪਹਿਲਾਂ ਥੋੜਾ ਜਿਹਾ ਇਸ ਗ੍ਰਹਿਸਥ ਧਰਮ ਦੀ ਜਿਹੜੀ ਫਿਲਾਸਫੀ ਹੈ, ਜੋ ਕਨਸੈਪਟ ਹੈ, ਉਹ ਸਨਮੁਖ ਰੱਖ ਕੇ ਫਿਰ ਥੋੜਾ ਜਿਹਾ ਮੈਂ ਸਮਾਜ ਦੇ ਬਾਬਤ, ਪਰਿਵਾਰ ਵਾਲਿਆਂ ਦੇ ਬਾਬਤ ਬੇਨਤੀ ਕਰਾਂਗਾ। ਔਰ ਫਿਰ ਚਾਰ ਲਾਵਾਂ ਦੇ ਵਿੱਚੋਂ ਇਸ ਗੁਰਸਿੱਖ ਜੋੜੇ ਨੂੰ ਸਤਿਗੁਰਾਂ ਨੇ ਕੀ ਹੁਕਮ ਕੀਤਾ ਹੈ, ਉਸ ਚੀਜ਼ ਦੀ ਆਪਾਂ ਵਿਚਾਰ ਕਰਨੀ ਹੈ ਸਤ ਸੰਗਤ। ਗ੍ਰਹਿਸਥ ਧਰਮ ਨੂੰ ਪ੍ਰਧਾਨ ਕਿਉਂ ਕਿਹਾ ਗਿਆ? ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬਚਨ ਆਉਂਦਾ ਹੈ। ਮਹਾਰਾਜ ਕਹਿੰਦੇ ਨੇ ਵੀ ਗ੍ਰਹਿਸਥ ਧਰਮ ਨੂੰ ਪ੍ਰਧਾਨ ਇਸ ਕਰਕੇ ਕਿਹਾ ਗਿਆ ਹੈ ਕਿਉਂਕਿ ਕੋਈ ਵੀ ਜੀਵ ਕਿੱਡੇ ਕੁ ਕਿਰਦਾਰ ਵਾਲਾ ਹੈ, ਕਿੱਡੇ ਕੁ ਉੱਚੇ ਜੀਵਨ ਵਾਲਾ ਹੈ, ਇਸ ਚੀਜ਼ ਦੀ ਪਰਖ ਤਾਂ ਹੀ ਹੋ ਸਕਦੀ ਹੈ ਜੇ ਉਹ ਗ੍ਰਹਿਸਥ ਦੇ ਵਿੱਚ, ਸਮਾਜ ਦੇ ਵਿੱਚ ਵਿਚਰ ਰਿਹਾ। ਕਿਉਂਕਿ ਜੇ ਕਿਸੇ ਬੰਦੇ ਨੇ ਸਮਾਜ ਛੱਡ ਦਿੱਤਾ ਹੈ, ਜੰਗਲਾਂ ਬੇਲਿਆਂ ਦੇ ਵਿੱਚ ਜਾ ਕੇ ਬੈਠ ਗਿਆ ਹੈ, ਠੀਕ ਹੈ, ਉਹਦੇ ਤੇ ਕੋਈ ਐਸੇ ਹਾਲਾਤ ਨਹੀਂ ਆਏ, ਕੋਈ ਮੁਸ਼ਕਲ ਨਹੀਂ ਆਈ, ਉਹਨੂੰ ਇਹ ਭਰਮ ਪੈ ਗਿਆ ਹੋਵੇਗਾ ਕਿ ਮੈਂ ਕਿਹੜਾ ਅੱਖਾਂ ਤੋਂ ਪਰਾਇਆ ਤਨ ਦੇਖ ਰਿਹਾ, ਕਿਉਂਕਿ ਸਮਾਜ ਤੋਂ ਤਾਂ ਕੋਹਾਂ ਦੂਰ ਬੈਠਾ, ਦੁਨੀਆ ਤੋਂ ਤਾਂ ਕੋਹਾਂ ਦੂਰ ਬੈਠਾ। ਉਹਨੂੰ ਇਹ ਭੁਲੇਖਾ ਪੈ ਗਿਆ ਹੋਵੇਗਾ ਜੀ ਮੈਂ ਤਾਂ ਕੁਝ ਗਲਤ ਬੋਲਦਾ ਹੀ ਨਹੀਂ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਜਿੰਨੀ ਦੇਰ ਤੱਕ ਤੇਰੇ ਆਸ-ਪਾਸ ਵਿਪਰੀਤ ਤੇ ਉਲਟ ਹਾਲਾਤ ਨਹੀਂ ਬਣਦੇ, ਉਨੀ ਦੇਰ ਤੱਕ ਇਸ ਚੀਜ਼ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਤੇਰਾ ਕਿਰਦਾਰ ਕਿੱਡਾ ਕੁੱਚਾ। ਬਿੱਲੀ ਨੇ ਪ੍ਰਣ ਕਰ ਲਿਆ ਕਿ ਅੱਜ ਤੋਂ ਬਾਅਦ ਮੈਂ ਚੂਹਾ ਨਹੀਂ ਖਾਣਾ। ਭਾਈ ਸਾਹਿਬ ਕਹਿੰਦੇ ਵੀ ਉਹਨੇ ਚੂਹਾ ਖਾਣਾ ਛੱਡ ਦਿੱਤਾ ਹੈ, ਇਸ ਗੱਲ ਦਾ ਉਨੀ ਦੇਰ ਤੱਕ ਪਤਾ ਨਹੀਂ ਲੱਗ ਸਕਦਾ ਜਿੰਨੀ ਦੇਰ ਤੱਕ ਚੂਹਾ ਸਾਹਮਣੇ ਨਹੀਂ ਹੋਵੇ। ਚੂਹਾ ਸਾਹਮਣੇ ਹੋਵੇ ਤੇ ਬਿੱਲੀ ਫਿਰ ਵੀ ਕਹੇ ਕਿ ਮੈਂ ਚੂਹਾ ਨਹੀਂ ਖਾਣਾ, ਫਿਰ ਕਵਾਂਗੇ ਵੀ ਉਹ ਆਪਣੇ ਪ੍ਰਣ ਤੇ ਪੱਕੀ ਹੈ। ਭਾਈ ਗੁਰਦਾਸ ਜੀ ਦਾ ਬਚਨ ਹੈ, ਜੈਸੇ ਤੋਂ ਕਹੇ ਮੰਝਾਰ ਕਰੋ ਨਾ ਆਹਾਰ, ਮਾਸ ਮੂਸਾ ਦੇਖ ਪਾਛੇ ਦੌੜੈ ਧੀਰ ਨਾ ਧਰਤ ਹੈ। ਜੈਸੇ ਕਊਆ ਰੀਸ ਕੈ ਮਰਾਲ ਸਭਾ ਜਾਏ ਬੈਠੇ, ਛਾੜ ਮੁਕਤਾਹਲ ਦੁਰਗੰਧ ਸਿਮਰਤ। ਜਿਵੇਂ ਕਾਂ ਨੇ ਵਾਅਦਾ ਕਰ ਲਿਆ ਅੱਜ ਤੋਂ ਬਾਅਦ ਮੈਂ ਗੰਦ ਵਿੱਚ ਚੁੰਝ ਨਹੀਂ ਮਾਰਨੀ। ਭਾਈ ਸਾਹਿਬ ਕਹਿੰਦੇ ਵੀ ਤੇਰੇ ਸਾਹਮਣੇ ਗੰਦ ਆਇਆ ਹੀ ਨਹੀਂ ਤੇ ਤੂੰ ਦਾਵਾ ਕਿਵੇਂ ਕਰ ਸਕਦਾ? ਤੂੰ ਗੰਦ ਖਾਣਾ ਛੱਡ ਦਿੱਤਾ ਹੈ। ਇਸ ਗੱਲ ਦਾ ਪਤਾ ਤਾਂ ਉਦੋਂ ਹੀ ਲੱਗੇਗਾ ਜਦੋਂ ਗੰਦ ਸਾਹਮਣੇ ਹੋਵੇ ਤੇ ਫਿਰ ਵੀ ਕਵੇਂ ਵੀ ਮੈਂ ਇੱਥੇ ਚੁੰਝ ਨਹੀਂ ਮਾਰਨੀ। ਜੈਸੇ ਕਊਆ ਰੀਸ ਕੈ ਮਰਾਲ ਸਭਾ ਜਾਏ ਬੈਠੇ, ਛਾੜ ਮੁਕਤਾਹਲ ਦੁਰਗੰਧ ਸਿਮਰਤ ਹੈ। ਜੈਸੇ ਮੋਨ ਗਹੇ ਸਿਆਰ
ਕਰਤ ਅਨੇਕ ਜਤਨ, ਸੁਨਤ ਸਿਆਰ ਭਾਖਿਆ ਰਹਿਓ ਨਾ ਪਰਤ ਹੈ। ਸਿਆਰ ਵੈਸੇ ਗਿੱਦੜ ਨੂੰ ਕਹਿੰਦੇ ਨੇ, ਆਪਾਂ ਗਿੱਦੜ ਸ਼ਾਇਦ ਨਾ ਦੇਖਿਆ ਹੋਵੇ, ਉਦਾਹਰਨ ਨਾ ਸਮਝ ਆਵੇ, ਮੈਂ ਕੁੱਤੇ ਦੀ ਉਦਾਹਰਨ ਲੈ ਲੈਣੀ ਚਾਹੁੰਦਾ ਸਾਧ ਸੰਗਤ। ਕੁੱਤਾ ਵਾਅਦਾ ਕਰੇ ਵੀ ਮੈਂ ਨਹੀਂ ਭੌਂਕਣਾ, ਤੇ ਆਸ-ਪਾਸ ਦੇ ਕੁੱਤੇ ਭੌਂਕਣ ਲੱਗੇ, ਕੁੱਤਾ ਪਿੱਛੇ ਹੀ ਭੌਂਕਦਾ ਹੈ, ਚੁੱਪ ਨਹੀਂ ਉਹਦੇ ਤੋਂ ਬੈਠਿਆ ਜਾਂਦਾ। ਹੁਣ ਕੁੱਤਿਆਂ ਦੀ ਸੰਗਤ ਨਹੀਂ ਮਿਲੀ, ਭੌਂਕਣ ਵਾਲਿਆਂ ਦੀ ਸੰਗਤ ਨਹੀਂ ਮਿਲੀ, ਤੇ ਕੁੱਤਾ ਕਹੀ ਜਾਵੇ ਵੀ ਮੈਂ ਭੌਂਕਦਾ ਹੀ ਨਹੀਂ। ਭਾਈ ਗੁਰਦਾਸ ਜੀ ਦੇ ਉਹਨਾਂ ਬਚਨਾਂ ਦੀ ਮੈਂ ਵਿਆਖਿਆ ਕਰ ਰਿਹਾ, ਕਹਿੰਦੇ ਉਹਨੇ ਸੱਚੀ ਮੌਨ ਧਾਰਨ ਕਰ ਲਿਆ। ਇਹ ਤਾਂ ਪਤਾ ਲੱਗੇਗਾ ਵੀ ਆਸ-ਪਾਸ ਕੁੱਤੇ ਭੌਂਕ ਰਹੇ ਨੇ, ਪਰ ਫਿਰ ਵੀ ਉਹ ਕਹੇ ਜੀ ਮੈਂ ਤਾਂ ਮੌਨ ਧਾਰਿਆ, ਮੈਂ ਨਹੀਂ ਭੌਂਕਦਾ। ਇਹਨਾਂ ਤਿੰਨ ਉਦਾਹਰਨਾਂ ਦਾ ਨਿਚੋੜ ਕੱਢਦੇ ਆ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਇਸੇ ਤਰ੍ਹਾਂ ਜਿੰਨੀ ਦੇਰ ਤੱਕ ਬੰਦੇ ਨੂੰ ਕੋਈ ਗਲਤ ਕਰਨ ਦਾ ਮੌਕਾ ਹੀ ਨਹੀਂ ਮਿਲਿਆ, ਸਮਾਜ ਤੋਂ ਕੋਹਾਂ ਦੂਰ ਬੈਠਾ ਹੈ, ਉਹ ਕਿਵੇਂ ਕਹਿ ਸਕਦਾ ਜੀ ਮੈਂ ਇਮਾਨਦਾਰ ਹਾਂ? ਉਹ ਕਿਵੇਂ ਕਹਿ ਸਕਦਾ ਮੈਂ ਸੱਚੇ ਜੀਵਨ ਵਾਲਾ ਹਾਂ? ਉਹਦਾ ਕਿਰਦਾਰ ਸੱਚੀ ਉੱਚਾ ਹੈ। ਇਹ ਤਾਂ ਪਤਾ ਲੱਗੇਗਾ ਜਦੋਂ ਗ੍ਰਸਥ ਦੇ ਵਿੱਚ ਵਿਚਰਦੇ ਆ, ਸਮਾਜ ਦੇ ਵਿੱਚ ਵਿਚਰਦੇ ਆ, ਉਹਨੂੰ ਬੜੇ ਗਲਤ ਕੰਮ ਕਰਨ ਦੇ ਮੌਕੇ ਮਿਲਣ, ਸਮਾਜ ਜ਼ੋਰ ਲਾਵੇ ਵੀ ਕਰ ਲਾ ਤੂੰ ਆ ਕੁਝ, ਉਹਨੂੰ ਬੇਈਮਾਨੀ ਕਰਨ ਦੇ ਮੌਕੇ ਮਿਲਣ, ਉਹਨੂੰ ਰਿਸ਼ਵਤ ਲੈਣ ਦੇ ਮੌਕੇ ਮਿਲਣ, ਪਰ ਫਿਰ ਵੀ ਉਹ ਕਹੇ ਕਿ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁਖ ਹੋਏ। ਹੱਕ ਪਰਾਇਆ ਨਾਨਕਾ ਉਸ ਸੂਅਰ ਸੁਗਾਏ। ਜੰਗਲਾਂ ਬੇਲਿਆਂ ਦੇ ਵਿੱਚ ਬੈਠੇ ਨੂੰ ਇਹ ਨਹੀਂ ਸਮਝ ਲੱਗ ਸਕਦੇ ਕਿ ਮੇਰੇ ਅੰਦਰ ਕਾਮ ਕਿੰਨਾ ਹੈ। ਸਮਾਜ ਦੇ ਵਿੱਚ ਵਿਚਰਦੇ ਆ, ਜਦੋਂ ਸਾਹਮਣੇ ਪਰਾਇਆ ਤਨ ਹੋਵੇ ਤੇ ਫਿਰ ਵੀ ਬੋਲ ਕੇ ਕਵੇ ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਫਿਰ ਪਤਾ ਲੱਗੇਗਾ ਤਾਂ ਜੀਵਨ ਕਿੱਡਾ ਕੁੱਚਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਅਸੀਂ ਸੂਰਮੇ ਬਣਨਾ। ਜਿੰਨੀ ਦੇਰ ਤੱਕ ਕੋਈ ਬੰਦਾ ਯੁੱਧ ਦੇ ਮੈਦਾਨ 'ਚ ਉਤਰਿਆ ਹੀ ਨਹੀਂ ਤੇ ਉਹ ਕਹੀ ਜਾਵੇ ਜੀ ਮੈਂ ਕਦੀ ਹਾਰਿਆ ਹੀ ਨਹੀਂ, ਮੈਂ ਤਾਂ ਜਿੱਤਿਆ। ਹੁਣ ਜੰਗ ਦੇ ਵਿੱਚ ਉਤਰਿਆ ਹੀ ਨਹੀਂ ਤੇ ਕਿਵੇਂ ਕੋਈ ਦਾਅਵਾ ਕਰ ਸਕਦਾ ਜੀ ਮੈਂ ਜਿੱਤਿਆ? ਉਸ ਅਸਲ ਦੇ ਵਿੱਚ ਜਿੱਤਿਆ ਹੈ, ਹਾਰਿਆ ਨਹੀਂ। ਇਸ ਗੱਲ ਦਾ ਤਾਂ ਹੀ ਪਤਾ ਲੱਗੇਗਾ ਜਦੋਂ ਜੰਗ ਦੇ ਮੈਦਾਨ 'ਚ ਉਤਰ ਕੇ ਜਿੱਤ ਕੇ ਆਵੇਗਾ। ਜਿੰਨੇ ਸਮਾਜ ਗ੍ਰਸਥ ਦੀਆਂ ਪ੍ਰੋਬਲਮਸ ਹੀ ਨਹੀਂ ਚੱਲੀਆਂ, ਇੱਥੇ ਤੁਸੀਂ ਦੇਖੋ ਕਿੰਨੀ ਵੈਰਾਈਟੀ ਮਿਲਦੀ ਆ। ਹਰ ਜੀਵ ਦੇ ਵੱਖੋ ਵੱਖਰੇ ਵਿਚਾਰ, ਹਰ ਜੀਵ ਦਾ ਵੱਖੋ ਵੱਖਰਾ ਸੁਭਾਅ, ਸਮਾਜ ਦੇ ਵਿੱਚ ਵੱਖ-ਵੱਖ ਢੰਗ ਦੇ ਲੋਕ ਮਿਲਦੇ ਨੇ। ਕਈ ਵਾਰੀ ਗ੍ਰਸਥ ਦੇ ਵਿੱਚ ਰਹਿੰਦੇ ਆ ਦੁੱਖ ਵੀ ਆਉਂਦਾ ਹੈ, ਸੁੱਖ ਵੀ ਆਉਂਦਾ ਹੈ, ਕਈ ਵਿਪਰੀਤ ਹਾਲਾਤ ਆਉਂਦੇ ਨੇ। ਐਸੇ ਨਾਜ਼ੁਕ ਹਾਲਾਤਾਂ ਦੇ ਵਿੱਚ ਰਹਿ ਕੇ ਵੀ ਬੰਦਾ ਡੋਲੇ ਨਾ, ਉਹਨੂੰ ਕਹਿੰਦੇ ਨੇ ਉੱਚੇ ਕਿਰਦਾਰ ਵਾਲਾ, ਉਹਨੂੰ ਕਹਿੰਦੇ ਨੇ ਅਸਲੀ ਸੂਰਮਾ। ਤੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਭਗੌੜੇ ਨਹੀਂ ਬਣਾਇਆ। ਅਸੀਂ ਇਸ ਯੁੱਧ ਤੋਂ ਭੱਜਣਾ ਨਹੀਂ, ਗ੍ਰਸਥ ਸਮਾਜ ਦੇ ਵਿੱਚੋਂ ਭੱਜਣਾ ਨਹੀਂ। ਅਸੀਂ ਇਹਦਾ ਹੀ ਹਿੱਸਾ ਬਣ ਕੇ ਕਮਲ ਦੇ ਫੁੱਲ ਵਾਂਗ ਚਿੱਕੜ ਤੋਂ ਨਿਰਲੇਪ ਰਹਿਣਾ, ਮਾਇਆ ਤੋਂ ਨਿਰਲੇਪ ਰਹਿਣਾ। ਤੋ ਅੱਜ ਉਹ ਸਮਾਂ ਹੈ ਸਾਧ ਸੰਗਤ ਜਦੋਂ ਇਹ ਗੁਰਸਿੱਖ ਜੋੜਾ ਜਿਹੜਾ ਹੈ ਗ੍ਰਸਥ ਦੇ ਵਿੱਚ ਪ੍ਰਵੇਸ਼ ਕਰ ਰਿਹਾ। ਕਿਸੇ ਗੁਰਸਿੱਖ ਨੇ ਬੜੀ ਸੋਹਣੀ ਗੱਲ ਕਹੀ ਸੀ, ਜਦੋਂ ਤੱਕ ਵਿਆਹ ਨਹੀਂ ਹੋਇਆ ਹੁੰਦਾ ਨਾ ਉਦੋਂ ਤੱਕ ਹੱਕ ਜਤਾਏ ਜਾਂਦੇ ਨੇ। ਪੁੱਤ ਆਪਣੇ ਘਰੇ ਕਹਿੰਦਾ ਵੀ ਇੱਥੇ ਮੇਰਾ ਹੱਕ, ਇਸ ਚੀਜ਼ 'ਚ ਮੇਰਾ ਹੱਕ। ਧੀ ਆਪਣੇ ਘਰ ਬੈਠਦੀ ਹੈ ਵੀ ਇਹ ਕੁਝ ਕਰਨ ਦਾ ਮੇਰਾ ਹੱਕ। ਵਿਆਹ ਤੋਂ ਪਹਿਲਾਂ ਹੱਕਾਂ ਵਾਲਾ ਜੀਵਨ ਹੁੰਦਾ ਹੈ ਤੇ ਜਦੋਂ ਆਨੰਦ ਕਾਰਜ ਹੋ ਜਾਵੇ ਉਦੋਂ ਫਰਜ਼ਾਂ ਵਾਲਾ ਜੀਵਨ ਸ਼ੁਰੂ ਹੋ ਜਾਂਦਾ ਹੈ। ਸਾਧ ਸੰਗਤ ਹੁਣ ਫਰਜ਼ਾਂ ਦੀ ਗੱਲ ਹੋਵੇਗੀ, ਹੁਣ ਜ਼ਿੰਮੇਵਾਰੀਆਂ ਦੀ ਗੱਲ ਹੋਵੇਗੀ, ਹੁਣ ਰਿਸਪੌਂਸਿਬਿਲਿਟੀਜ਼ ਦੀ ਗੱਲ ਹੋਵੇਗੀ। ਸਾਧ ਸੰਗਤ ਅਸੀਂ ਦੇਖੋ ਸਾਰੇ ਬੈਠੇ ਆ। ਇੱਕ ਮੈਂ ਬੇਨਤੀ ਸਮਾਜ ਨੂੰ ਕਰਨੀ ਚਾਹੁੰਦਾ ਸਾਧ ਸੰਗਤ, ਆ ਦੇਖਿਆ ਆਪਾਂ ਆਨੰਦ ਕਾਰਜ, ਇਸ ਗੁਰਸਿੱਖ ਬੱਚਿਆਂ ਨੇ ਨਾ ਐਗਜ਼ਾਮਪਲ ਸੈੱਟ ਕੀਤੀ ਹੈ ਆਮ ਸਮਾਜ ਦੇ ਵਾਸਤੇ। ਆਮ ਤੌਰ ਤੇ ਜਿੰਨੀ ਦੇਰ ਤੱਕ ਮੈਨੂੰ ਮਾਫ ਕਰ ਦਿਓ ਘਰਾਂ ਦੇ ਵਿੱਚ ਨੱਚਣ ਟੱਪਣ ਨਹੀਂ ਹੋ ਜਾਂਦਾ, ਲੋਕ ਕਹਿੰਦੇ ਵਿਆਹ ਕਾਹਦਾ। ਮੈਨੂੰ ਮਾਫ ਕਰ ਦਿਓ, ਆਮ ਮਨਮੁਖ ਬੰਦਿਆਂ ਦੇ ਸਮਾਜ ਦੇ ਵਿੱਚ ਜਿੰਨੀ ਦੇਰ ਤੱਕ ਘਰਾਂ ਦੇ ਵਿੱਚ ਸ਼ਰਾਬਾਂ ਨਹੀਂ ਚੱਲਦੀਆਂ, ਲੋਕੀ ਕਹਿੰਦੇ ਵਿਆਹ ਕਾਹਦਾ। ਪਰ ਇਸ ਗੁਰਸਿੱਖ ਜੋੜੇ ਨੇ ਇਹ ਐਗਜ਼ਾਮਪਲ ਸੈੱਟ ਕਰਕੇ ਦਿਖਾਈ ਹੈ ਦੁਨੀਆ ਨੂੰ ਕਿ ਇਹਨੂੰ ਕਹਿੰਦੇ ਨੇ ਅਸਲ ਆਨੰਦ ਕਾਰਜ, ਇਹਨੂੰ ਕਹਿੰਦੇ ਨੇ ਮਰਿਆਦਾ ਨਿਭਾਉਣਾ। ਪਰ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਸਮਾਜ ਵਾਲਿਆਂ, ਪਰਿਵਾਰ ਵਾਲਿਆਂ ਨੂੰ। ਦੇਖੋ ਅਸੀਂ ਗੁਰਸਿੱਖ ਬੱਚੇ ਲੱਭਦੇ ਆ ਨਾ, ਇੱਕ ਆਸਾ ਕਰਦੇ ਆ ਨਾ ਵੀ ਮੇਰਾ ਬੱਚਾ ਗੁਰਸਿੱਖ ਹੈ, ਮੇਰਾ ਪੁੱਤ ਗੁਰਸਿੱਖ ਹੈ ਤੇ ਸਾਨੂੰ ਸਿੰਘਣੀ ਚਾਹੀਦੀ ਆ। ਧੀ ਵਾਲੇ ਸੋਚਦੇ ਨੇ ਮੇਰੀ ਧੀ ਦਮਾਲਾ ਸਜਾਉਣ ਵਾਲੀ, ਮੇਰੀ ਧੀ ਬਾਣੀ ਪੜਨ ਵਾਲੀ, ਮੇਰੀ ਧੀ ਗੁਰਸਿੱਖ, ਤੇ ਸਾਨੂੰ ਗੁਰਸਿੱਖ ਬੱਚਾ ਚਾਹੀਦਾ ਹੈ। ਅਸੀਂ ਇਹ ਮੰਗ ਕਰਦੇ ਆ ਨਾ, ਤੇ ਮੈਂ ਬੇਨਤੀ ਕਰਾਂਗਾ ਸਾਧ ਸੰਗਤ, ਜੇ ਗੁਰਸਿੱਖ ਬੱਚਿਆਂ ਦੀ ਭਾਲ ਕੀਤੀ ਹੈ ਨਾ ਤੇ ਫਿਰ ਗੁਰਸਿੱਖ ਬੱਚਿਆਂ ਦੀ ਕਰਨੀ ਰਹਿਣੀ ਤੇ ਮਰਿਆਦਾ ਨੂੰ ਵੀ ਪ੍ਰਵਾਨ ਕਰ ਲਿਓ। ਕਈ ਵਾਰੀ ਅਸੀਂ ਬਸ ਲੱਭਣ ਤੱਕ ਸੀਮਤ ਹੋ ਜਾਂਦੇ ਆ। ਇਹ ਮਰਿਆਦਾ ਬਸ ਇੱਥੋਂ ਤੱਕ ਹੀ ਨਹੀਂ ਵੀ ਬਸ ਆਨੰਦ ਕਾਰਜ ਦੇ ਵਿੱਚ ਲਾਵਾਂ ਲੈ ਲੀਆਂ, ਮਰਿਆਦਾ 'ਚ ਕਰ ਲਿਆ ਤੇ ਇਸ ਤੋਂ ਬਾਅਦ ਜਾ ਕੇ ਫਿਰ ਉਹੀ ਸਭ ਕੁਝ ਜਿਵੇਂ ਆਮ ਦੁਨੀਆ ਵਾਲੇ ਕਰਦੇ ਨੇ, ਉਹੀ ਫੋਕੀਆਂ ਰਸਮਾਂ, ਉਹੀ ਨੱਚਣ ਟੱਪਣ, ਉਹੀ ਗਲਤ ਕੰਮ।
ਇਹਨੂੰ ਇਹਨਾਂ ਮਰਿਆਦਾ ਨੂੰ ਬਸ ਇੱਥੋਂ ਤੱਕ ਸੀਮਤ ਨਹੀਂ ਰੱਖਣਾ। ਸਾਧ ਸੰਗਤ ਮੈਂ ਫਿਰ ਬੇਨਤੀ ਦੁਹਰਾਵਾਂ, ਗੁਰਸਿੱਖ ਬੱਚੇ ਲੱਭੇ ਨੇ, ਉਹਨਾਂ ਦੀ ਮਰਿਆਦਾ ਵੀ ਪ੍ਰਵਾਨ ਕਰਿਓ, ਫਿਰ ਮੰਨਾਂਗੇ ਗੁਰਸਿੱਖ ਬੱਚੇ ਲੱਭੇ ਨੇ। ਕਈ ਵਾਰੀ ਅਸੀਂ ਗੁਰਸਿੱਖ ਬੱਚੇ ਲੱਭ ਤਾਂ ਲੈਂਦੇ ਆ, ਪਰ ਹੁਣ ਤੁਸੀਂ ਦੇਖੋ ਜੇ ਗੁਰਸਿੱਖ ਬੱਚੇ ਲੱਭੇ ਨੇ, ਉਹਨਾਂ ਨੇ ਹੁਣ ਗੁਰਸਿੱਖ ਕਰਨੀ ਤੇ ਹੀ ਚੱਲਣਾ। ਲੱਭੇ ਗੁਰਸਿੱਖ ਨੇ, ਗੁਰਸਿੱਖ ਮਰਿਆਦਾ 'ਚ ਹੀ ਰਹਿਣਾ। ਤੇ ਜੇ ਉਹ ਮਰਿਆਦਾ ਵਿੱਚ ਚੱਲੇ, ਗੁਰਸਿੱਖ ਰਹਿਣੀ ਵਿੱਚ ਚੱਲੇ, ਤੇ ਫਿਰ ਅਸੀਂ ਕਹਿੰਦੇ ਜੀ ਇਹ ਤਾਂ ਸਾਡੀਆਂ ਦੱਸੀਆਂ ਰਸਮਾਂ ਹੀ ਨਹੀਂ ਕਰਦਾ, ਇਹ ਤਾਂ ਸਾਡੀਆਂ ਗੱਲਾਂ ਹੀ ਨਹੀਂ ਮੰਨਦਾ। ਆਮ ਤੌਰ ਤੇ ਸਾਧ ਸੰਗਤ ਇਸ ਗੱਲ ਨੂੰ ਨਹੀਂ ਸਮਝਿਆ ਜਾਂਦਾ। ਮੈਂ ਸਪਸ਼ਟ ਕਹਿ ਦੇਵਾਂ, ਜਿੰਨਾ ਬੰਦਾ ਗੁਰਸਿੱਖੀ ਦੇ ਵਿੱਚ ਦ੍ਰਿੜ ਹੁੰਦਾ ਜਾਂਦਾ ਹੈ ਨਾ, ਉਨਾ ਉਹ ਬੰਦਾ ਮਨਮੁਖ ਬੰਦਿਆਂ ਦੀਆਂ ਅੱਖਾਂ 'ਚ ਰੜਕਦਾ ਜਾਂਦਾ ਹੈ। ਜਿੰਨਾ ਬੰਦਾ ਉੱਚੀ ਰਹਿਣੀ ਸਹਿਣੀ ਗੁਰਸਿੱਖੀ ਵਾਲਾ ਹੋਵੇਗਾ, ਉਹਨਾਂ ਦੁਨੀਆ ਵਾਲੇ ਉਹਨੂੰ ਮੂਰਖ ਤੇ ਗਲਤ ਸਮਝਣਗੇ। ਮੈਂ ਐਵੇਂ ਨਹੀਂ ਕਹਿ ਰਿਹਾ ਸਾਧ ਸੰਗਤ, ਮੈਂ ਥੋੜੀਆਂ ਜਿਹੀਆਂ ਉਦਾਹਰਨਾਂ ਇਤਿਹਾਸ ਤੇ ਗੁਰਬਾਣੀ ਦੇ ਵਿੱਚੋਂ ਲੈਣੀਆਂ ਚਾਹੁੰਦਾ। ਧੰਨ ਗੁਰੂ ਨਾਨਕ ਸਾਹਿਬ, ਤੁਸੀਂ ਸਾਰਿਆਂ ਨੇ ਸਾਖੀ ਸੁਣੀ। ਸੱਚਾ ਸੌਦਾ ਕਰਨ ਗਏ ਨਾ, ਮੈਂ ਸਾਖੀ ਨਹੀਂ ਸੁਣਾਉਣੀ। ਸੱਚਾ ਸੌਦਾ ਕਰਨ ਗਏ, ਸੁਣੀ ਆ ਨਾ ਸਾਰਿਆਂ ਨੇ ਸਾਖੀ। ਵਾਪਸ ਪਰਤੇ ਨੇ ਤੇ ਪਿਤਾ ਨੇ ਕੀ ਕੀਤਾ? ਚਪੇੜ ਕੱਢ ਕੇ ਮਾਰੀ। ਹੁਣ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਦੇ ਕੁਝ ਅੱਗੋਂ ਬੋਲੇ ਸੀ? ਕੀ ਗੁਰੂ ਨਾਨਕ ਸਾਹਿਬ ਨੇ ਕੁਝ ਗਲਤ ਕੀਤਾ ਸੀ? ਇੱਕ ਭਲਾ ਕੰਮ ਹੀ ਕਰਕੇ ਆਏ ਨੇ ਨਾ, ਇੱਕ ਚੰਗਾ ਕੰਮ ਹੀ ਕਰਕੇ ਆਏ ਨੇ। ਪਰ ਕਮਾਲ ਹੋ ਗਈ, ਇੱਕ ਪਾਸੇ ਗੁਰੂ ਨਾਨਕ ਸਾਹਿਬ ਚੰਗਾ ਕੰਮ ਕਰਕੇ ਆਏ ਨੇ, ਭੁੱਖਿਆਂ ਨੂੰ ਭੋਜਨ ਛਕਾ ਕੇ ਆਏ ਨੇ, ਤੇ ਘਰੇ ਪਹੁੰਚੇ ਤੇ ਚਪੇੜਾਂ ਵੱਜਦੀਆਂ। ਇਸ ਤਰ੍ਹਾਂ ਕਿਉਂ? ਔਰ ਇੱਥੋਂ ਇੱਕ ਹੋਰ ਮੈਂ ਉਦਾਹਰਨ ਲੈ ਲਵਾਂ। ਮੈਂ ਸਾਰੇ ਪੱਖ ਤੋਂ ਹੀ ਲੈ ਲੈਣੀ ਚਾਹੁੰਦਾ, ਕਿਉਂਕਿ ਇਹ ਨਾ ਸਮਝ ਲਵੇ ਵੀ ਮੈਂ ਪਰਸਨਲੀ ਕਿਸੇ ਨੂੰ ਟਾਰਗੇਟ ਕਰ ਰਿਹਾ। ਮੇਰੀ ਮਨਸਾ ਕਿਸੇ ਨੂੰ ਪਰਸਨਲੀ ਟਾਰਗੇਟ ਕਰਨ ਦੀ ਨਹੀਂ ਹੈ। ਮੈਂ ਨਹੀਂ ਜਾਣਦਾ ਵੀ ਆਪਣੇ ਘਰਾਂ ਵਿੱਚ ਕੀ ਹੋਇਆ। ਮੈਂ ਇਹ ਅਕੀਦਾ ਮੰਨ ਕੇ ਚੱਲ ਰਿਹਾ ਕਿ ਇਸ ਪਰਿਵਾਰਾਂ ਨੂੰ, ਦੋਨਾਂ ਪਰਿਵਾਰਾਂ ਨੂੰ ਬੜੀ ਮੁਬਾਰਕ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਦਾ ਸਾਥ ਦਿੱਤਾ ਹੈ ਤੇ ਸਾਰਾ ਕਾਰਜ ਇਸ ਗੁਰਸਿੱਖ ਮਰਿਆਦਾ, ਗੁਰਸਿੱਖੀ ਮਰਿਆਦਾ ਵਿੱਚ ਕੀਤਾ। ਮੁਬਾਰਕ ਹੈ ਦੋਨਾਂ ਪਰਿਵਾਰਾਂ ਕਿ ਉਹਨਾਂ ਨੇ ਆਪਣੇ ਫਰਜ਼ ਨਿਭਾਏ। ਤੋ ਇਸ ਕਰਕੇ ਇਹ ਨਾ ਸਮਝਿਓ ਵੀ ਮੈਂ ਕਿਸੇ ਨੂੰ ਪਰਸਨਲੀ ਕਹਿ ਰਿਹਾ, ਮੈਂ ਆਮ ਸਮਾਜ ਵਾਸਤੇ ਬੇਨਤੀਆਂ ਕਰ ਰਿਹਾ। ਸਾਧ ਸੰਗਤ, ਗੁਰੂ ਨਾਨਕ ਸਾਹਿਬ ਭਲਾ ਕੰਮ ਕਰਕੇ ਆਉਂਦੇ ਨੇ, ਘਰੋਂ ਚਪੇੜਾਂ ਵੱਜਦੀਆਂ ਨੇ। ਗੁਰੂ ਨਾਨਕ ਸਾਹਿਬ ਦਾ ਆਨੰਦ ਕਾਰਜ ਹੋਇਆ, ਬਰਾਤ ਗਈ ਤੇ ਸਹੁਰਿਆਂ ਨੂੰ ਪਤਾ ਲੱਗਿਆ ਵੀ ਇਹ ਤਾਂ ਸਤਿਪੁਰਸ਼ ਸਾਧੂ ਬਿਰਤੀ ਵਾਲਾ ਬੰਦਾ ਹੈ। ਉਹਨਾਂ ਕੀਤਾ ਕਿ ਇੱਕ ਟੁੱਟੀ ਜੀ ਕੰਧ ਦੇ ਕੋਲ ਬਿਠਾ ਦਿੱਤਾ ਤੇ ਕਹਿੰਦੇ ਪਏ ਨੇ ਵੀ ਇਹ ਟੁੱਟੀ ਕੰਧ ਕੋਲ ਨਾਨਕ ਨੂੰ ਬਿਠਾ ਦੇਵਾਂਗੇ, ਕੰਧ ਡਿੱਗੇਗੀ ਤੇ ਨਾਨਕ ਮਰ ਜਾਵੇਗਾ। ਇਹੋ ਜੇ ਜਵਾਈ ਤੋਂ ਤਾਂ ਸਾਡੀ ਧੀ ਵਿਧਵਾ ਚੰਗੀ, ਪਰ ਇਹੋ ਜਿਹਾ ਜਵਾਈ ਨਹੀਂ ਚਾਹੀਦਾ। ਔਰ ਤੁਸੀਂ ਅੱਜ ਵੀ ਕੰਧ ਸਾਹਿਬ ਦੇ ਦਰਸ਼ਨ ਕਰ ਲਿਓ। ਉਹ ਵੱਖਰੀ ਗੱਲ ਹੈ ਵੀ ਗੁਰੂ ਨਾਨਕ ਸਾਹਿਬ ਦੀ ਰਹਿਮਤ ਉਹਨਾਂ ਕੰਧ ਕਰਾਉਣੀ ਚਾਹੀ, ਜਿਹੜੀ ਕੰਧ ਇੰਜ ਜਾਪਦੀ ਸੀ ਵੀ ਹੁਣੇ ਡਿੱਗੀ, ਉਹ ਅੱਜ ਤੱਕ ਖੜੀ ਹੈ। ਸਾਧ ਸੰਗਤ, ਅੱਜ ਤੱਕ ਖੜੀ ਹੈ। ਮੇਰਾ ਮੰਤਵ ਕੀ ਹੈ ਸਾਧ ਸੰਗਤ, ਕਿ ਇੱਕ ਸਤਿਪੁਰਸ਼ ਦੁਨਿਆਵੀ ਤੇ ਮਨਮੁਖ ਬੰਦਿਆਂ ਦੀਆਂ ਅੱਖਾਂ 'ਚ ਇੰਨਾ ਰੜਕਦਾ ਹੈ ਕਿ ਬੰਦਾ ਇਹ ਵੀ ਕਹਿਣ ਨੂੰ ਤਿਆਰ ਹੋ ਜਾਂਦਾ ਹੈ ਵੀ ਇਹੋ ਜਿਹੇ ਸਤਿਪੁਰਸ਼ ਤੋਂ ਤਾਂ ਸਾਡੀ ਧੀ ਵਿਧਵਾ ਚੰਗੀ ਹੈ। ਇਤਿਹਾਸਕ ਬਚਨ ਨੇ, ਮੈਂ ਐਵੇਂ ਨਹੀਂ ਕਹਿ ਰਿਹਾ। ਚਲੋ ਕਈ ਵਾਰੀ ਸਾਨੂੰ ਇਤਿਹਾਸ ਤੇ ਸ਼ੱਕ ਹੋ ਜਾਂਦਾ, ਮੈਂ ਗੁਰਬਾਣੀ ਦਾ ਬਚਨ ਵੀ ਤੁਹਾਡੇ ਸਾਹਮਣੇ ਰੱਖ ਦਿੰਦਾ। ਸਾਧ ਸੰਗਤ, ਗੁਰਬਾਣੀ ਦੇ ਵਿੱਚ ਭਗਤ ਕਬੀਰ ਜੀ ਕਹਿੰਦੇ ਮੇਰੀ ਮਾਂ ਮੈਨੂੰ ਪਸੰਦ ਨਹੀਂ ਕਰਦੀ, ਮੇਰੀ ਮਾਂ ਮੈਨੂੰ ਚੰਗਾ ਨਹੀਂ ਸਮਝਦੀ। ਕਹਿੰਦੇ ਮੇਰਾ ਕਸੂਰ ਪਤਾ ਕੀ ਹੈ? ਬਚਨ ਆਉਂਦਾ, ਕਹਿੰਦੇ ਜਬ ਕੀ ਮਾਲਾ ਲਈ ਨਪੂਤੇ। ਹੁਣ ਨਪੂਤੇ ਸ਼ਬਦ ਵਰਤਦੀ ਮਾਂ। ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁੱਖ ਨਾ ਪਇਓ। ਕਬੀਰ ਜੀ ਦੀ ਮਾਂ ਕਹਿੰਦੇ ਨੇ ਜਦੋਂ ਦਾ ਕਬੀਰ ਨੇ ਹੱਥ ਵਿੱਚ ਮਾਲਾ ਪਕੜ ਕੇ ਰੱਬ ਰੱਬ ਕਰਨਾ ਸ਼ੁਰੂ ਕੀਤਾ ਹੈ ਨਾ, ਸਾਡੇ ਘਰ ਤਾਂ ਸੁੱਖ ਵੜਿਆ ਹੀ ਨਹੀਂ, ਸਾਡੇ ਘਰ ਤਾਂ ਸੁੱਖ ਰਿਹਾ ਹੀ ਨਹੀਂ। ਹਮਾਰੇ ਕੁਲ ਕੌਣੇ ਰਾਮ ਕਹਿਓ, ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁੱਖ ਨਾ ਭਇਓ। ਤੇ ਕਬੀਰ ਜੀ ਕਹਿੰਦੇ ਮੇਰੀ ਮਾਂ ਕੇਵਲ ਮੈਨੂੰ ਹੀ ਨਹੀਂ ਡਾਂਟਦੀ, ਆਸ-ਪਾਸ ਗੁਆਂਢੀਆਂ ਨੂੰ ਵੀ ਸੁਣਾਉਂਦੀ ਏ। ਮੇਰੀ ਮਾਂ ਬੋਲ ਕੇ ਕਹਿੰਦੀ ਏ, ਦਰਾਣੀਓ ਜਠਾਣੀਓ ਸੁਣਿਓ, ਇਹੋ ਜਿਹਾ ਮੇਰਾ ਪੁੱਤ ਤਾਂ ਮਰਿਆ ਚੰਗਾ ਸੀ, ਇਹ ਜੰਮਦਿਆਂ ਕਿਉਂ ਨਹੀਂ ਮਰ ਗਿਆ। ਬਚਨ ਨੇ ਕਬੀਰ ਜੀ ਦੇ, ਸੁਨਹੁ ਜਠਾਨੀ ਸੁਨਹੁ ਦਰਾਣੀ ਅਚਰਜ ਏਕ ਭਇਓ, ਸਾਤ ਸੂਤ ਇਹ ਮੁੰਡੀਏ ਮੋਏ, ਇਹ ਮੁੰਡਿਆ ਕਿਉਂ ਨਾ ਮੋਇਓ, ਇਹ ਮੁੰਡਾ ਮਰ ਕਿਉਂ ਨਹੀਂ ਗਿਆ। ਤੇ ਕਬੀਰ ਜੀ ਕਹਿੰਦੇ ਵੀ ਮੇਰਾ ਵਿਰੋਧ ਪਤਾ ਕਿਉਂ ਹੋ ਰਿਹਾ? ਮੇਰਾ ਵਿਰੋਧ ਇਸ ਕਰਕੇ ਹੋਇਆ ਕਿਉਂਕਿ ਘਰ ਕੀ ਦੇਵ ਪਿੱਤਰ ਕੀ ਛੋਡੀ, ਗੁਰ ਕਾ ਸ਼ਬਦ ਲਇਓ। ਕਹਿੰਦੇ ਮੇਰਾ ਕਸੂਰ ਬਸ ਇੰਨਾ ਹੈ ਕਿ ਮੈਂ ਹੁਣ ਦੁਨਿਆਵੀ ਮੇਰੇ ਵੱਡਿਆਂ ਦੀਆਂ ਫੋਕੀਆਂ ਰਸਮਾਂ ਛੱਡ ਦਿੱਤੀਆਂ ਤੇ ਮੈਂ ਤਾਂ ਆਪਣੇ ਗੁਰੂ ਦੇ ਦੱਸੇ ਸਿੱਖਿਆ ਤੇ ਹੀ ਚੱਲਦਾ ਹੈ। ਮੈਂ ਤਾਂ ਆਪਣੇ ਗੁਰੂ ਦੇ ਸ਼ਬਦ ਨੂੰ ਧਾਰਨ ਕਰ ਲਿਆ। ਹੁਣ ਮੈਂ ਕੋਈ ਕਰਮ ਕਾਂਡ ਨਹੀਂ ਕਰਦਾ। ਦੁਨੀਆ ਦੀ ਨਜ਼ਰ ਵਿੱਚ ਬਸ ਮੇਰਾ ਇਹੀ ਕਸੂਰ ਹੈ।
ਇਹੀ ਕਾਰਨ ਹੈ ਮੇਰਾ ਸਮਾਜ ਵੀ ਵਿਰੋਧ ਕਰਦਾ ਹੈ, ਇਹੀ ਕਾਰਨ ਹੈ ਮੇਰਾ ਪਰਿਵਾਰ ਵੀ ਵਿਰੋਧ ਕਰਦਾ ਹੈ। ਹੁਣ ਇੱਥੇ ਇਹ ਨਾ ਸਮਝ ਲਿਓ ਵੀ ਮੈਂ ਕਹਿਣਾ ਵੀ ਹਰ ਪਰਿਵਾਰ ਵਿਰੋਧ ਕਰਦਾ ਹੈ। ਕਹਿਣ ਤੋਂ ਭਾਵ ਕਿ ਜਿਹੜੇ ਵੀ ਦੁਨਿਆਵੀ ਬਿਰਤੀ ਵਾਲੇ ਬੰਦੇ ਹੋਣਗੇ ਨਾ, ਉਹਨਾਂ ਨੇ ਗੁਰਸਿੱਖਾਂ ਦਾ ਵਿਰੋਧ ਕਰਨਾ ਹੀ ਕਰਨਾ ਹੈ। ਦੁਨਿਆਵੀ ਭਾਵੇਂ ਬਾਹਰ ਵਾਲੇ ਹੋਣ, ਦੁਨਿਆਵੀ ਭਾਵੇਂ ਰਿਸ਼ਤੇਦਾਰ ਹੋਣ, ਦੁਨਿਆਵੀ ਭਾਵੇਂ ਪਰਿਵਾਰ ਵਾਲੇ ਹੋਣ, ਜਿਹੜੇ ਵੀ ਦੁਨਿਆਵੀ ਬਿਰਤੀ ਵਾਲੇ ਹੋਣਗੇ ਉਹਨਾਂ ਨੇ ਗੁਰਸਿੱਖਾਂ ਦਾ ਵਿਰੋਧ ਕਰਨਾ ਹੀ ਕਰਨਾ ਹੈ। ਕਿਉਂਕਿ ਮਹਾਰਾਜ ਨੇ ਸਪਸ਼ਟ ਕਿਹਾ ਹੈ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਜੋੜ ਆ ਹੀ ਨਹੀਂ ਸਕਦਾ। ਸੰਸਾਰੀਆਂ ਨੂੰ ਭਗਤ ਚੰਗੇ ਲੱਗਣੇ ਹੀ ਨਹੀਂ। ਇਹੀ ਤਾਂ ਕਾਰਨ ਹੈ ਕਿ ਸੰਸਾਰੀਆਂ ਨੇ ਕਦੀ ਭਗਤਾਂ ਨੂੰ ਤਤੀਆਂ ਤਵੀਆਂ ਤੇ ਬਿਠਾਇਆ ਹੈ, ਕਦੀ ਖੋਪੜੀਆਂ ਲਾਈਆਂ ਨੇ, ਕਦੀ ਉਹਨਾਂ ਨੂੰ ਤਸੀਹੇ ਦਿੱਤੇ ਨੇ, ਕਦੀ ਬੰਦ ਕੱਟੇ ਨੇ, ਕਦੀ ਆਰਿਆਂ ਨਾਲ ਚੀਰਿਆ। ਇਹ ਕਿਉਂ ਹੋਇਆ? ਕਿਉਂਕਿ ਸੰਸਾਰ ਦੇ ਅੱਖਾਂ ਦੇ ਵਿੱਚ ਭਗਤ ਸਦਾ ਰੜਕਦੇ ਰਹੇ ਨੇ। ਕਸੂਰ ਉਹਨਾਂ ਦਾ ਕੀ? ਕਿਉਂਕਿ ਉਹ ਦੁਨੀਆ ਦੇ ਦੱਸੇ ਰਸਤਿਆਂ ਤੇ ਨਹੀਂ ਚੱਲਦੇ, ਉਹ ਆਪਣੇ ਰਸਤੇ ਖੁਦ ਬਣਾਉਂਦੇ ਨੇ। ਸਾਧ ਸੰਗਤ, ਆਪਾਂ ਕਹਿ ਦਿੰਦੇ ਆ ਨਾ ਜੀ ਇਹ ਨਵਾਂ ਹੀ ਕੰਮ ਸ਼ੁਰੂ ਕਰ ਲਿਆ, ਲੈ ਇੰਜ ਕਈ ਵਾਰੀ ਪਰਿਵਾਰ 'ਚ ਹੁੰਦਾ ਜੀ, ਨਵੀਂ ਗੱਲ ਹੋ ਰਹੀ ਹੈ ਨਾ, ਪ੍ਰੋਬਲਮਸ ਜੀਆਂ ਆ ਰਹੀਆਂ, ਨਵਾਂ ਹੀ ਇਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ। ਇਹੀ ਕਾਰਨ ਹੈ ਸਾਧ ਸੰਗਤ, ਹਰ ਭਗਤ ਦਾ ਵਿਰੋਧ ਇਸੇ ਕਰਕੇ ਹੀ ਹੋਇਆ ਹੈ ਕਿਉਂਕਿ ਉਹ ਦੁਨੀਆ ਦੇ ਦੱਸੇ ਰਸਤਿਆਂ ਤੇ ਨਹੀਂ ਚੱਲੇ, ਉਹ ਆਪਣੇ ਗੁਰੂ ਦੇ ਦੱਸੇ ਰਸਤਿਆਂ ਤੇ ਚੱਲੇ ਨੇ। ਸਾਧ ਸੰਗਤ, ਇਸ ਕਰਕੇ ਮੇਰੀ ਇਹ ਬੇਨਤੀ ਹੈ ਸਾਧ ਸੰਗਤ ਵੀ ਜੇ ਅਸੀਂ ਗੁਰਸਿੱਖ ਬੱਚੇ ਲੱਭੇ ਨੇ ਨਾ, ਇਹਨਾਂ ਦੀ ਗੁਰਸਿੱਖੀ ਪ੍ਰਵਾਨ ਕਰ ਲਿਓ, ਇਹਨਾਂ ਦੀ ਮਰਿਆਦਾ ਪ੍ਰਵਾਨ ਕਰ ਲਿਓ। ਇਹ ਨਾ ਹੋਵੇ ਕਿ ਹੁਣ ਮਰਿਆਦਾ 'ਚ ਕਰਾ ਲਿਆ ਤੇ ਬਾਅਦ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਇਨਸਿਸਟ ਕਰੀਏ, ਫੋਰਸ ਕਰੀਏ, ਉਹਨਾਂ ਤੇ ਧੱਕਾ ਕਰੀਏ ਵੀ ਚੱਲ ਬਈ ਸਾਡੇ ਫਲਾਣਾ ਫੰਕਸ਼ਨ 'ਤੇ ਜਾ ਕੇ ਭੰਗੜਾ ਪਾ, ਉੱਥੇ ਚੱਲ ਬਈ ਫਲਾਣੀ ਰਸਮ ਕਰੀਏ, ਚੱਲ ਬਈ ਵਾਰਨੇ ਕਰੀਏ। ਜੇ ਗੁਰਸਿੱਖ ਮਰਿਆਦਾ ਵਾਲੇ ਲੱਭੇ ਨੇ ਫਿਰ ਮਰਿਆਦਾ ਨੂੰ ਪ੍ਰਵਾਨ ਕਰ ਲਈਏ, ਫਿਰ ਹੀ ਮੰਨਾਂਗੇ ਅਸੀਂ ਗੁਰਸਿੱਖ ਮਰਿਆਦਾ ਵਾਲੇ ਲੱਭ ਲਏ ਨੇ। ਸਾਧ ਸੰਗਤ, ਇਹ ਮੇਰੀ ਬੇਨਤੀ ਸਮਾਜ ਨੂੰ ਸੀ। ਹੁਣ ਮੇਰੀ ਬੇਨਤੀ ਇਹਨਾਂ ਬੱਚਿਆਂ ਦੇ ਬਾਬਤ ਵੀ ਹੈ। ਸਾਧ ਸੰਗਤ, ਜਿਹੜਾ ਬਚਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੀਤਾ, 4 ਲਾਵਾਂ ਦਾ ਪਾਠ ਹੋਇਆ। ਪਹਿਲਾ ਬਚਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੀਤਾ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦਰੜੋ, ਪਾਪ ਤਜਾਇਆ ਬਲਰਾਮ ਜੀ। ਇਹ ਧਿਆਨ ਨਾਲ ਸੁਣਿਓ ਸਾਧ ਸੰਗਤ, ਮੈਂ ਇਹਨਾਂ ਲਾਵਾਂ ਦੇ ਦੋਨੋਂ ਪੱਖ ਕਹਿੰਨੇ ਆ। ਪਹਿਲਾਂ ਮੈਂ ਅਧਿਆਤਮਕ ਪੱਖ ਕਵਾਂਗਾ ਕਿਉਂਕਿ ਮਕਸਦ ਤਾਂ ਸਾਡਾ ਰੱਬ ਨੂੰ ਮਿਲਣਾ ਹੈ ਨਾ। ਮੈਂ ਸਪਸ਼ਟ ਕਹਿ ਦੇਵਾਂ, ਇਹ 4 ਲਾਵਾਂ ਕੀ ਨੇ? ਇਹ 4 ਲਾਵਾਂ ਰੱਬ ਦੇ ਨਾਲ ਮਿਲਾਪ ਦੇ 4 ਪੜਾਅ ਨੇ। ਸਾਧ ਸੰਗਤ, ਔਰ ਪੰਥ ਦੇ ਹੁਕਮ ਕਰਕੇ ਅਸੀਂ ਫਿਰ ਇਹਨਾਂ 4 ਲਾਵਾਂ ਨੂੰ ਆਨੰਦ ਕਾਰਜ ਦੀ ਮਰਿਆਦਾ ਵੀ ਬਣਾ ਲਿਆ। ਇਹ ਮਰਿਆਦਾ ਇਹ ਕੋਈ ਫੋਕੀ ਰਸਮ ਨਹੀਂ ਹੈ। ਸਾਧ ਸੰਗਤ, ਇਹ ਹੁਕਮ ਹੈ ਕਿ ਅਸੀਂ ਗ੍ਰਹਿਸਥ ਦੇ ਵਿੱਚ ਰਹਿੰਦੇ ਆ ਵੀ ਕਿਵੇਂ ਦਾ ਜੀਵਨ ਬਤੀਤ ਕਰਨਾ। ਕਿਉਂਕਿ ਇਹ ਨਹੀਂ ਵੀ ਗ੍ਰਹਿਸਥ ਇੱਕ ਲਾਇਸੈਂਸ ਮਿਲ ਗਿਆ ਕਾਮ ਕਮਾਉਣ ਦਾ, ਇਹਨੂੰ ਕਾਮ ਕਮਾਉਣ ਦਾ ਲਾਇਸੈਂਸ ਨਹੀਂ ਸਮਝਣਾ। ਮਹਾਰਾਜ ਨੇ ਤਾਂ ਕਿਹਾ ਸੋ ਗਿਰਹੀ ਜੋ ਨਿਗਰਹ ਕਰੈ, ਜਪ ਤਪ ਸੰਜਮ ਭਿਖਿਆ ਕਰੈ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਇੱਕ ਗ੍ਰਹਿਸਥੀ ਦਾ ਜੀਵਨ ਵੀ ਇੰਨਾ ਨਿਰਮਲ ਹੋਵੇ ਕਿ ਉਹਦੇ ਜੀਵਨ ਤੇ ਉਹਦੇ ਆਚਰਣ ਦੇ ਵਿੱਚ ਛੋਟਾ ਜਿਹਾ ਵੀ ਦਾਗ ਨਹੀਂ ਹੋਣਾ ਚਾਹੀਦਾ। ਉਹਦੇ ਜੀਵਨ 'ਚ, ਗ੍ਰਹਿਸਥੀ ਦੇ ਜੀਵਨ 'ਚ ਬੇਈਮਾਨੀ ਦਾ ਦਾਗ ਨਾ ਹੋਵੇ, ਉਹਦੇ ਜੀਵਨ ਵਿੱਚ ਕਾਮ ਦਾ ਦਾਗ ਨਾ ਹੋਵੇ, ਉਹਦੇ ਜੀਵਨ ਦੇ ਵਿੱਚ ਲੋਭ ਦਾ ਦਾਗ ਨਾ ਹੋਵੇ। ਉਹਦਾ ਜੀਵਨ ਬੜਾ ਨਿਰਮਲ ਹੋਣਾ ਚਾਹੀਦਾ ਹੈ। ਸਾਧ ਸੰਗਤ, ਤੋਂ ਪਹਿਲਾ ਬਚਨ ਸਤਿਗੁਰਾਂ ਨੇ ਕੀਤਾ ਹੈ ਕਿ ਪਹਿਲੀ ਲਾਮ ਦੇ ਵਿੱਚ ਭਾਈ ਇਸ ਗੱਲ ਨੂੰ ਅਮਲ ਕਰੀ ਕਿ ਧਰਮ ਨੂੰ ਦ੍ਰਿੜ ਕਰੀ ਔਰ ਪਾਪਾਂ ਦਾ ਤਿਆਗ ਕਰੀ। ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀ। ਧਰਮ ਨੂੰ ਦ੍ਰਿੜ ਕਰਨਾ ਪਹਿਲੀ ਲਾਮ। ਆਮ ਤੌਰ ਤੇ ਪੁਰਾਣੇ ਸਮੇਂ ਦੇ ਵਿੱਚ ਨਾ ਜੀ ਧਰਮ ਨੂੰ ਕਾਨੂੰਨ ਵੀ ਕਿਹਾ ਜਾਂਦਾ ਸੀ, ਡਿਸਪਲਿਨ ਕਿਹਾ ਜਾਂਦਾ। ਧਰਮ ਕੀ ਹੈ? ਡਿਸਪਲਿਨ ਦੇ ਵਿੱਚ ਰਹਿਣਾ, ਅਨੁਸ਼ਾਸਨ ਦੇ ਵਿੱਚ ਰਹਿਣਾ। ਜਦੋਂ ਵੀ ਧਰਮ ਦੀ ਆਰੰਭਤਾ ਹੋਵੇਗੀ ਨਾ ਸਾਧ ਸੰਗਤ, ਸਭ ਤੋਂ ਪਹਿਲਾਂ ਸਤਿਗੁਰੂ ਜੀ ਸਾਨੂੰ ਅਨੁਸ਼ਾਸਨ ਸਿਖਾਉਂਦੇ ਨੇ। ਅਨੁਸ਼ਾਸਨ ਕੀ ਹੈ ਸਾਡਾ ਜੀ? ਅੰਮ੍ਰਿਤ ਵੇਲੇ ਉੱਠਣਾ ਸਾਡਾ ਅਨੁਸ਼ਾਸਨ ਹੈ। ਅੰਮ੍ਰਿਤ ਵੇਲੇ ਉੱਠ ਕੇ 5 ਬਾਣੀਆਂ ਦਾ ਨਿਤਨੇਮ ਕਰਨਾ ਸਾਡਾ ਅਨੁਸ਼ਾਸਨ ਹੈ। ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕਣਾ ਸਾਡਾ ਅਨੁਸ਼ਾਸਨ ਹੈ। ਗਲਤ ਕੰਮ ਨਹੀਂ ਕਰਨਾ, ਇਹ ਸਾਡਾ ਅਨੁਸ਼ਾਸਨ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਪ੍ਰਸ਼ਨ ਕੀਆ ਨੰਦ ਲਾਲ, ਗੁਰੂ ਬਤਾਈਏ ਮੋਹੇ, ਕੌਣ ਕਰਮ ਇਨ ਜੋਗ ਹੈ, ਕੌਣ ਕਰਮ ਨਹੀਂ ਸੋਏ। ਭਾਈ ਨੰਦ ਲਾਲ ਜੀ ਹੱਥ ਜੋੜ ਕੇ ਖੜ ਕੇ ਕਹਿਣ ਲੱਗੇ, ਸਤਿਗੁਰੂ ਜੀ ਕਿਰਪਾ ਕਰੋ, ਤੁਸੀਂ ਹੁਕਮ ਕਰਦੇ ਹੋ ਨਾ ਵੀ ਸਾਨੂੰ ਅਨੁਸ਼ਾਸਨ ਦੇ ਵਿੱਚ ਰਹਿਣਾ ਚਾਹੀਦਾ ਹੈ। ਦਾਤਾਰ ਰਹਿਮਤ ਕਰਕੇ ਫਿਰ ਸਾਨੂੰ ਅਨੁਸ਼ਾਸਨ ਸਿਖਾ ਵੀ ਦੇਵੋ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਥੇ ਅਨੁਸ਼ਾਸਨ ਸਿਖਾਇਆ, ਜਿਹਨੂੰ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਆਪਣੇ ਬਚਨਾਂ ਦੇ ਵਿੱਚ ਕੋਟ ਕੀਤਾ ਹੈ। ਇਹ ਬਚਨ ਆਪਾਂ ਰਹਿਤਨਾਮੇ ਤੇ ਤਨਖਾਹਨਾਮਿਆਂ ਦੇ ਵਿੱਚ ਪੜ੍ਹ ਸਕਦੇ ਹਾਂ। ਸਾਧ ਸੰਗਤ,
महाराज कहते ने गुरसिख रहत सुनो मेरे मीत, उठ प्रभात करे हित जीत, वाहिगुरु पुन मंत्र हो जाप, कर इशनान पढ़े जप जाप, दर्शन करे मेरा पुन आए, अदब स्यों बैठ गुर हित जित लाए, तीन पहर जब बीते जान, कथा सुने गुर हित जित लान, इनमें नेम हो एक कराए, सो सिख अमरपुरी में जाए। एक सिख दा अनुशासन होना चाहिए, वक्त सिर सोवे, वक्त सिर उठे, वक्त सिर उठ के इशनान करे, नाम सिमरन करे, नितनेम करे, सारा दिन किरत विहार करे, शाम वेले संध्या वेला सांभे, सौण तो पहला कीर्तन सोला पढ़े। ये महाराज ने सानू मर्यादा दसी ते नाल महाराज जी कुछ पापां दा त्याग करना भी दसदे ने। महाराज कहंदे माए भैन जो आवे संगत, दृष्ट बुरी देखै तिस पंगत, सिख होए जो करत क्रोध, कन्या मूल ना देवै सोध, धी भैन का पैसा खाए, कहे गोबिंद सिंह धक्के जम खाए, कंगा दोवें वक्त कर, पग चुने कर बांधई, दातन करे नित नीत, ना दुख पावे लाल जी, दसवंद गुरु नह देवै, झूठ बोल जो खाए, कहे गोबिंद सिंह लाल जी तिसका कछू ना बसाए। महाराज कहते ने इहदा अनुशासन होना चाहिए, दो वक्त कंघा करे, दातन करे, ब्रश करे, साफ सफाई भी रखे अपने शरीर की। ये अनुशासन दस्या महाराज ने, क्योंकि साध संगत अनुशासन दे विच ना दोनों गल्लां आउंदियां, एक नेम निभाउणा, दूजा औगण त्यागना। कई बारी साडे ना खास करके नौजवान एक काम करते हैं साध संगत, कई बारी ना असीं नितनेम तां शुरू कर दिता है, गुरद्वारे तां आउणा शुरू कर दिता है, पर असीं औगण नहीं छड्डदे अपने। गलत गीत सुनने नहीं छड्डे, नितनेम भी कर रहा है, गीत भी सुनदा है, गंदे गीत भी सुनदा है, गुरद्वारे भी आउंदा है ते विआहां विच जाके भंगड़े भी पाउंदा। और इत्थे मैं एक बेनती करांगा साध संगत, जिहड़ी मैं अगे बेनती कीती सी ना, गुरसिੱਖੀ प्रवान करे। विरोध हुंदा, हर दुनियावी बंदा विरोध करदा है, पर साध संगत एक ये ना समझ लो भी दुनियावी बंदा सिੱਖੀ ਭੇਖ ਦੇ ਵਿੱਚ नहीं हो सकता। सिੱਖੀ ਭੇਖ ਦੇ ਵਿੱਚ भी मनमुख हो सकते हैं। सिੱਖੀ बाहरों धर्मी ਭੇਖ हुंदा है, पर उन्हां दे काम सारे दुनिया वाले ही हुंदे ने। मैनू माफ़ी मंग के मैं बेनती कह देनी चाहुंदा, और फिर कह देवां मैं परसनली नहीं कह रहा किसी नूं। कई बारी साडा पहरावा गुरु वाला है, पर अंदरों काम सारे वो करने ने जिहड़े आम मनमुख बंदे करते ने। मनमुख बंदा स्टेज ते चढ़ के लोकां दियां धीआं भैणां दे नाल नੱਚदा है, कई लोग बाणा गुरु वाला पा लिया काम उही कर रहे हैं। मनमुख बंदा कन्नां दे विच टूटियां ला के लच्चर तो लच्चर गीत सुनदा है, इन्हें बाणा पा लिया पर गीत उवें ही सुन रहा। हुण केवल भेख बना रहा, पर सुभाव मनमुखां वाला नहीं छड्डिया। और शायद मैं ये भी बेनती कर देवां, कई बारी ये भी देखण च आया मेरे वर्गे जिहड़े स्टेजां ते बोलदे पए ने ना, कई कीर्तन करते हैं, गाउंदे ने, रागां विच गाउंदे ने, और मेरे वर्गे बैठ के उच्चियां उच्चियां गल्लां करते हैं। माफ करियो, इत्थे बैठ के उच्चियां उच्चियां गल्लां करते हैं, अलाप की गाउंदे ने, ते जदों उन्हां दे अपने कारज हुंदे ने ना साध संगत, उही बंदे अपने जवाकां नूं भी नੱਚਣ लई फोर्स करते हैं। मैं अपनियां अखां दे नाल ऐसे बंदे भी देखे, और मेरे मन में कई बारी आउंदा हुंदा है, शायद इन्हां लोकां दे बाबत ही सतगुरां ने फरमान कीता है, कोई गावै रागी नादी बेदी बहु भात कर, नहीं हर हर भीजै राम राजे, जिन्ना अंतर कपट विकार है तिना रोए क्या कीजै। हृदय कपट मुख ज्ञानी, झूठे कहाँ बिलोवस पानी, काया मांज सकौन गुना, जो घट भीतर है मलना। बाहरों भेख गुरु वाला है, पर अंदर कपट है। ते महाराज कहते जिन्हें अंदर कपट धारण कर लिया, केवल सिੱਖੀ स्टेजां ते बैठ के दिखाउण वास्ते ही रखी है, ते घर दीयां रस्मां सारियां मनमुखां वालियां ने। महाराज कहते ने उन्हां दा गाया वजाया कथन कीता, उन्हां दा रोया किसी अर्थ नहीं पैना साध संगत। इस करके मेरी बेनती है इस गुरसिੱਖ जोड़े नूं, ये सतगुरु गुरु रामदास महाराज जी का पहला फरमान है, भाई धर्म नूं दृढ़ कर लियो और पापां दा भी त्याग कर लियो। अनुशासन विच रहियो, अमृत वेले उठियो, डिसिपलिन धारण करियो, पर नाल नाल जिहड़े औगण ने लच्चर गीत सुनने भी बंद करियो, नੱਚਣਾ टप्पना भी बंद करियो, गलत देखना गलत बोलना भी बंद करियो। क्योंकि भाई गुरदास जी स्पष्ट कहते ने, जैसे बिख तनक ही खात मरजात तात, गात मुरझात प्रतिपालन बरखन की, जैसे कोट भार तूल रंचक चिन्ह परै, होत पसमात खिनमै अकरखन की, महकी दुहाए दूध राखिए भांजन पर, परत कांजी की बूंद बाद न रखन की।
ਆ ਜਿਹੜੇ ਬੱਚੇ ਨੌਜਵਾਨ ਜਿਮ ਜਾਂਦੇ ਨੇ, ਆਪਾਂ ਤੁਸੀਂ ਦੇਖੋ ਕਿੰਨੀ ਮਿਹਨਤ ਕਰਕੇ ਸਾਧ ਸੰਗਤ ਅਸੀਂ ਸਰੀਰ ਬਣਾਉਂਦੇ ਆ, ਪਰ ਇਸ ਸਰੀਰ ਨੂੰ ਨਸ਼ਟ ਕਰਨ ਲਈ ਨਿੱਕੀ ਜੀ ਜ਼ਹਿਰ ਦੀ ਬੂੰਦ ਹੀ ਕਾਫੀ ਹੁੰਦੀ ਹੈ। ਜਿਹੜੇ ਕਿਸਾਨੀ ਦੇ ਨਾਲ ਸੰਬੰਧਿਤ ਨੇ ਸਾਧ ਸੰਗਤ, ਜਦੋਂ ਨਰਮਾ ਚੁਗਣ ਜਾਂਦੇ ਆ, ਬੂਟੇ ਬੂਟੇ ਤੇ ਜਾ ਕੇ ਰੂੰ ਇਕੱਠਾ ਕਰਦੇ ਆ, ਪੰਡਾ ਬੰਨੀਆਂ ਜਾਂਦੀਆਂ ਨੇ। ਇੰਨੀ ਮਿਹਨਤ ਕਰਕੇ ਰੂੰ ਦੀਆਂ ਪੰਡਾ ਬੰਨੀਆਂ, ਨਿੱਕੀ ਜੀ ਚੰਗਿਆੜੀ ਕਾਫੀ ਹੈ ਸਾਰੀ ਰੂੰ ਨੂੰ ਭਸਮ ਕਰਨ ਲਈ। ਜਿਨ੍ਹਾਂ ਨੇ ਘਰਾਂ ਵਿੱਚ ਡੰਗਰ ਰੱਖੇ ਨੇ, ਕਿੰਨੀ ਮਿਹਨਤ ਕਰਕੇ ਅਸੀਂ ਡੰਗਰ ਪਾਲਦੇ ਆ, ਪੱਠੇ ਵੱਢ ਕੇ ਲਿਆਉਣੇ, ਸੰਭਾਲ ਕਰਨੀ, ਫਿਰ ਹਰ ਡੰਗਰ ਕੋਲ ਜਾ ਕੇ ਦੁੱਧ ਚਾਉਣੇ, ਬਾਲਟੀਆਂ ਭਰਦੇ ਆ, ਪਰ ਨਿੱਕੀ ਜੀ ਕਾਂਜੀ ਦੀ ਬੂੰਦ ਕਾਫੀ ਹੁੰਦੀ ਹੈ ਉਸ ਸਾਰੇ ਦੁੱਧ ਨੂੰ ਖਰਾਬ ਕਰਨ ਵਾਸਤੇ। ਭਾਈ ਗੁਰਦਾਸ ਜੀ ਕਹਿੰਦੇ ਨੇ ਬੜੀ ਮਿਹਨਤ ਕਰਕੇ ਸਰੀਰ ਬਣਾਇਆ ਸੀ, ਨਿੱਕੀ ਜੀ ਬੂੰਦ ਨੇ ਸਰੀਰ ਨਸ਼ਟ ਕਰਕੇ ਰੱਖ ਦਿੱਤਾ। ਬੜੀ ਮਿਹਨਤ ਕਰਕੇ ਰੂਹ ਇਕੱਠਾ ਕੀਤਾ ਸੀ, ਨਿੱਕੀ ਜੀ ਚੰਗਿਆੜੀ ਨੇ ਸਾਰਾ ਰੂਹ ਭਸਮ ਕਰ ਦਿੱਤਾ। ਬੜੀ ਮਿਹਨਤ ਕਰਕੇ ਦੁੱਧ ਦੀਆਂ ਬਾਲਟੀਆਂ ਭਰੀਆਂ ਸਨ, ਨਿੱਕੀ ਜੀ ਕਾਂਜੀ ਦੀ ਬੂੰਦ ਨੇ ਸਾਰਾ ਦੁੱਧ ਖਰਾਬ ਕਰ ਦਿੱਤਾ। ਭਲਿਆ ਬੜੀ ਮਿਹਨਤ ਕੀਤੀ ਸੀ, ਅੰਮ੍ਰਿਤ ਵੇਲੇ ਉੱਠਣ ਦਾ ਨੇਮ ਬਣਾਇਆ ਸੀ, ਰੋਜ਼ ਨਿਤਨੇਮ ਕਰਦਾ ਹੈ, ਪਰ ਤੇਰੇ ਕੰਨਾਂ 'ਚ ਗਏ ਇੱਕ ਲੱਚਰ ਗੀਤ ਨੇ ਤੇਰੀ ਸਾਰੀ ਮਿਹਨਤ ਨੂੰ ਅਸਫਲ ਕਰਕੇ ਰੱਖ ਦੇਣਾ। ਬਚ ਜਾਵੀਂ ਇਹੋ ਜਿਹੀ ਚੀਜ਼ ਤੋਂ, ਗਲਤ ਦੇਖਣਾ ਬੰਦ ਕਰ ਦੇਈਂ। ਸਾਸ ਭਾਈ ਗੁਰਦਾਸ ਜੀ ਦਾ ਬਚਨ ਹੈ। ਤੋਂ ਪਹਿਲੀ ਲਾਭ ਦੇ ਵਿੱਚ ਮਹਾਰਾਜ ਨੇ ਸਾਨੂੰ ਅਨੁਸ਼ਾਸਨ ਸਿਖਾਇਆ। ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦਰੜੋ, ਤਾਜ ਪਾਪ ਤਜਾਇਆ ਬਲਰਾਮ ਜੀ। ਫਿਰ ਦੂਸਰਾ ਬਚਨ ਜੋ ਮਹਾਰਾਜ ਨੇ ਕੀਤਾ, ਦੂਸਰਾ ਹੁਕਮ ਗੁਰੂ ਰਾਮਦਾਸ ਮਹਾਰਾਜ ਜੀ ਦਾ, ਧਿਆਨ ਦੇ ਕੇ ਸੁਣਿਓ। ਮਹਾਰਾਜ ਕਹਿੰਦੇ ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ। ਦੂਸਰੇ ਪੜਾਅ ਦੂਸਰੀ ਲਾਮ ਦੇ ਵਿੱਚ ਕੀ ਹੁੰਦਾ ਹੈ? ਮਹਾਰਾਜ ਕਹਿੰਦੇ ਫਿਰ ਇਹਨੂੰ ਸਤਿਗੁਰੂ ਦਾ ਮਿਲਾਪ ਹੋ ਜਾਂਦਾ ਹੈ। ਸ਼ਾਇਦ ਤੁਹਾਡੇ ਮਨਾਂ ਦੇ ਵਿੱਚ ਇੱਕ ਸਵਾਲ ਉੱਠਿਆ ਹੋਵੇ ਕਿ ਪਹਿਲੇ ਪੜਾਅ ਦੇ ਵਿੱਚ ਇਹ ਅਨੁਸ਼ਾਸਨ ਦੇ ਵਿੱਚ ਆ ਗਿਆ ਸੀ, ਮਹਾਰਾਜ ਨੇ ਕਹਿ ਦਿੱਤਾ ਸੀ ਨਾ ਵੀ ਧਰਮ ਨੂੰ ਦ੍ਰਿੜ ਕਰੋ ਤੇ ਪਾਪਾਂ ਦਾ ਤਿਆਗ ਕਰੋ। ਪਹਿਲੇ ਪੜਾਅ ਦੇ ਵਿੱਚ ਇਹਨੇ ਧਰਮ ਨੂੰ ਦ੍ਰਿੜ ਕਰ ਲਿਆ, ਪਾਪਾਂ ਦਾ ਤਿਆਗ ਕਰ ਦਿੱਤਾ। ਪਰ ਮਹਾਰਾਜ ਸਤਿਗੁਰੂ ਦਾ ਮਿਲਾਪ ਦੂਜੀ ਲਾਮ 'ਚ, ਕੀ ਧਰਮ ਨੂੰ ਦ੍ਰਿੜ ਕਰਨਾ ਸਤਿਗੁਰੂ ਦਾ ਮਿਲਾਪ ਨਹੀਂ ਸੀ? ਕੀ ਅੰਮ੍ਰਿਤ ਵੇਲੇ ਉੱਠਣਾ ਸਤਿਗੁਰੂ ਦਾ ਮਿਲਾਪ ਨਹੀਂ ਸੀ? ਕੀ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ ਇਹ ਸਤਿਗੁਰੂ ਦਾ ਮਿਲਾਪ ਨਹੀਂ ਸੀ? ਸਤਿਗੁਰੂ ਦਾ ਮਿਲਾਪ ਦੂਜੀ ਲਾਮ ਦੇ ਵਿੱਚ ਕਿਉਂ ਦੱਸਿਆ ਸਤ ਸੰਗਤ? ਇਹਦਾ ਜਵਾਬ ਗੁਰੂ ਨਾਨਕ ਸਾਹਿਬ ਨੇ ਦਿੱਤਾ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਪੜ੍ਹਦੇ ਆ ਨਾ, ਜਦੋਂ ਸਿੱਧਾ ਨੇ ਸਵਾਲ ਕੀਤਾ, ਕਵਨ ਮੂਲ ਕਵਨ ਮਤ ਵੇਲਾ, ਕਵਨ ਗੁਰੂ ਜਿਸ ਕਾ ਤੂੰ ਚੇਲਾ। ਗੁਰੂ ਦਾ ਮਿਲਾਪ ਕੀ ਹੈ? ਇਹਨੂੰ ਸਮਝਣ ਲਈ ਪਹਿਲਾਂ ਗੁਰੂ ਬਾਰੇ ਸਮਝਣਾ ਪਵੇਗਾ। ਗੁਰੂ ਕੀ ਹੈ ਔਰ ਚੇਲਾ ਕੀ ਹੈ? ਸਤ ਸੰਗਤ ਮੈਂ ਸਪਸ਼ਟ ਕਹਿ ਦੇਵਾਂ, ਸੌਖੀ ਜੀ ਉਦਾਹਰਣ ਦੇ ਕੇ। ਮੰਨ ਲਓ ਅਸੀਂ ਸਾਰਿਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਜਾਣਾ, ਦਰਬਾਰ ਸਾਹਿਬ ਦਰਸ਼ਨ ਕਰਨ ਜਾਣਾ। ਇੱਥੋਂ ਚੱਲ ਪੈਣਾ ਹੋਰ ਗੱਲ ਏ, ਦਰਬਾਰ ਸਾਹਿਬ ਪਹੁੰਚ ਜਾਣਾ ਹੋਰ ਗੱਲ ਏ। ਗੁਰੂ ਦੇ ਨੇੜੇ ਹੋ ਜਾਣਾ ਹੋਰ ਗੱਲ ਏ, ਗੁਰੂ 'ਚ ਅਭੇਦ ਹੋ ਜਾਣਾ ਹੋਰ ਗੱਲ ਏ। ਗੁਰੂ ਵੱਲ ਚੱਲ ਪੈਣਾ ਹੋਰ ਗੱਲ ਏ, ਗੁਰੂ ਤੱਕ ਪਹੁੰਚ ਜਾਣਾ ਇਹ ਹੋਰ ਗੱਲ ਏ। ਪਹਿਲੀ ਲਾਮ ਦੇ ਵਿੱਚ ਜਦੋਂ ਇਹਨੇ ਅਨੁਸ਼ਾਸਨ ਧਾਰਨ ਕਰਨਾ ਸ਼ੁਰੂ ਕੀਤਾ, ਇਹਨੇ ਗੁਰੂ ਵੱਲ ਚਾਲੇ ਪਾ ਦਿੱਤੇ। ਜਦੋਂ ਅੰਮ੍ਰਿਤ ਵੇਲੇ ਉੱਠਦਾ ਹੈ, ਪਾਠ ਕਰਦਾ, ਨਿਤਨੇਮ ਕਰਦਾ, ਇਹਨੇ ਭਾਵ ਕੀ ਹੈ? ਗੁਰੂ ਵੱਲ ਚਾਲੇ ਪਾ ਦਿੱਤੇ। ਪਰ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰੂ ਕੀ ਹੈ? ਸ਼ਬਦ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਚੇਲਾ ਹੈ ਸੁਰਤ ਔਰ ਗੁਰੂ ਹੈ ਸ਼ਬਦ। ਜਦੋਂ ਇਹਨੇ ਜ਼ੁਬਾਨ ਕਰਕੇ ਨਿਤਨੇਮ ਕਰਨਾ ਸ਼ੁਰੂ ਕੀਤਾ, ਗੁਰੂ ਵੱਲ ਚਾਲੇ ਪਾ ਦਿੱਤੇ, ਔਰ ਜਿਸ ਦਿਨ ਇਹਦੀ ਸੁਰਤ ਵੀ ਟਿਕ ਗਈ, ਸਮਝੋ ਗੁਰੂ ਤੱਕ ਪਹੁੰਚ ਗਿਆ। ਤਾਂ ਹੀ ਮਹਾਰਾਜ ਨੇ ਕਿਹਾ, ਗੁਰ ਸੱਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ। ਮੇਰੀ ਬੇਨਤੀ ਸਾਧ ਸੰਗਤ ਪਰਿਵਾਰ ਵਾਲਿਆਂ ਨੂੰ, ਮੈਂ ਹੁਣੇ ਸਮਾਪਤੀ ਕਰ ਦੇਣੀ 5-7 ਮਿੰਟਾਂ ਦੇ ਵਿੱਚ। ਇੰਜ ਅਨੁਸ਼ਾਸਨ ਨਾ ਭੰਗ ਕਰੀਏ ਵਿੱਚੋਂ ਉੱਠ ਕੇ, ਕਿਰਪਾ ਕਰਕੇ ਹੁਣ ਕਿਸੇ ਨੇ ਉੱਠਣਾ ਨਹੀਂ, ਮੇਰੀ ਬੇਨਤੀ ਹੈ ਸਾਧ ਸੰਗਤ। ਮਹਾਰਾਜ ਕਹਿੰਦੇ ਗੁਰ ਸੱਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ। ਸਤਿਗੁਰੂ ਦਾ ਮਿਲਾਪ ਕੀ ਹੈ? ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹਿ ਹਦੂਰ। ਜਿਸ ਦਿਨ ਮਨ ਵੀ ਗੁਰੂ ਦੀ ਹਜ਼ੂਰੀ 'ਚ ਪਹੁੰਚ ਗਿਆ, ਸਤਿਗੁਰੂ ਦਾ ਮਿਲਾਪ ਹੋ ਗਿਆ। ਪਹਿਲੇ ਪੜਾਅ ਦੇ ਵਿੱਚ ਹੋ ਸਕਦਾ ਹੈ ਜ਼ੁਬਾਨ ਕਰਕੇ ਨਿਤਨੇਮ ਕਰ ਰਿਹਾ ਸੀ, ਮਨ ਨਹੀਂ ਟਿਕਦਾ। ਪਰ ਮਹਾਰਾਜ ਕਹਿੰਦੇ ਘਾਲਣਾ ਕਰਦਿਆਂ ਇੱਕ ਦਿਨ ਕੀ ਹੋਣਾ ਹੈ? ਹੁਣ ਇਹਦੀ ਸੁਰਤ ਵੀ ਉਸ ਸ਼ਬਦ ਵਿੱਚ ਜੁੜ ਗਈ। ਹੁਣ ਕੇਵਲ ਪੜ੍ਹਦਾ ਹੀ ਨਹੀਂ, ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਹਦੀ ਸੁਰਤ ਵੀ ਬੋਲਣ ਲੱਗ ਗਈ, ਇਹ ਪ੍ਰਮਾਤਮਾ ਤੂੰ ਨਿਰਭਉ ਹੈ। ਸੁਰਤ ਪੁਕਾਰ ਕੇ ਕਹਿ ਰਹੀ ਹੈ ਪ੍ਰਮਾਤਮਾ ਤੈਨੂੰ ਕਿਸੇ ਨਾਲ ਵੈਰ ਨਹੀਂ। ਸੁਰਤ ਪੁਕਾਰ ਕੇ ਕਹਿ ਰਹੀ ਹੈ ਪ੍ਰਮਾਤਮਾ ਤੂੰ ਹੀ ਇੱਕ ਦਾਤਾ ਹੈ। ਹੁਣ ਕੇਵਲ ਜ਼ੁਬਾਨ ਨਹੀਂ ਪੜ੍ਹਦੀ, ਹੁਣ ਸੁਰਤ ਵੀ ਗੁਰੂ ਦੀ ਹਜ਼ੂਰੀ ਦੇ ਵਿੱਚ ਟਿਕ ਗਈ ਹੈ। ਸਤ ਸੰਗਤ
ਇਹਨੂੰ ਕਹਿੰਦੇ ਨੇ ਸਤਿਗੁਰੂ ਦਾ ਮਿਲਾਪ ਹੋ ਜਾਣਾ। ਹਰ ਦੂਜੜੀ ਲਾਭ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ। ਮੇਰੀ ਬੇਨਤੀ ਸਾਧ ਸੰਗਤ, ਆਪਾਂ ਢੀਠਤਾ ਨਾ ਅਪਣਾਈਏ ਸਾਧ ਸੰਗਤ। ਮੇਰੀ ਹੱਥ ਜੋੜ ਕੇ ਬੇਨਤੀ, ਸਿਰਫ 5 ਮਿੰਟਾਂ ਦੇ ਵਿੱਚ ਮੈਂ ਸਾਰਾ ਸੰਕੋਚ ਦੇਣਾ ਵਿਸ਼ਾ। ਤਾਂ ਦੂਸਰੀ ਲਾਮ ਦੇ ਵਿੱਚ ਮਹਾਰਾਜ ਕਹਿੰਦੇ ਨੇ ਸਤਿਗੁਰੂ ਦਾ ਮਿਲਾਪ ਹੋ ਜਾਂਦਾ ਹੈ। ਔਰ ਸਤਿਗੁਰੂ ਦਾ ਮਿਲਾਪ ਕੀ ਹੈ? ਸੁਰਤ ਕਰਕੇ ਜੁੜ ਗਿਆ। ਹੁਣ ਇਹਦੀ ਸੁਰਤ ਵੀ ਜਪਜੀ ਸਾਹਿਬ ਪੜ੍ਹਦੀ, ਕੇਵਲ ਜ਼ਬਾਨ ਨਹੀਂ ਪੜ੍ਹਦੀ, ਸੁਰਤ ਵੀ ਪੜ੍ਹਦੀ। ਫਿਰ ਤੀਸਰਾ ਪੜਾਅ ਕੀ? ਮਹਾਰਾਜ ਕਹਿੰਦੇ ਹਰ ਤੀਜੜੀ ਲਾਭ ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀ। ਤੀਸਰੀ ਲਾਮ ਦੇ ਵਿੱਚ ਅਵਸਥਾ ਕੀ ਬਣੀ ਕਿ ਇਹਦੇ ਹਿਰਦੇ ਵਿੱਚ ਪਰਮਾਤਮਾ ਦੇ ਮਿਲਾਪ ਦਾ ਚਾਅ ਪੈਦਾ ਹੋ ਜਾਂਦਾ ਹੈ ਤੇ ਦੁਨਿਆਵੀ ਪਦਾਰਥ ਇਹਨੂੰ ਦੁੱਖ ਜਾਪਦੇ ਨੇ। ਕਿਉਂਕਿ ਜਦੋਂ ਜਿੰਨੀ ਦੇਰ ਤੱਕ ਤੁਸੀਂ ਦੇਖੋ ਮਨ ਸ਼ਬਦ ਵਿੱਚ ਨਹੀਂ ਸੀ ਜੁੜਿਆ, ਮਨ ਨੂੰ ਜਦੋਂ ਸੰਗਤ ਮਿਲੀ ਸੀ ਵਿਕਾਰਾਂ ਦੀ, ਇਹਨੂੰ ਅਹਿਸਾਸ ਹੀ ਨਹੀਂ ਸੀ ਹੋ ਰਿਹਾ ਵੀ ਇੱਥੇ ਮੇਰਾ ਕੋਈ ਆਸਰਾ ਨਹੀਂ ਹੈ। ਜਿੰਨਾ ਵਿਕਾਰਾਂ ਨੂੰ ਇਹਨੇ ਸੰਗਤ ਬਣਾ ਲਿਆ, ਉਨੀ ਦੇਰ ਤੱਕ ਇਹਨੂੰ ਸਮਝ ਹੀ ਨਹੀਂ ਸੀ ਲੱਗ ਰਹੀ ਵੀ ਇਹਨਾਂ ਸਾਰਿਆਂ ਨੇ ਮੈਨੂੰ ਛੱਡ ਜਾਣਾ ਹੈ। ਇਸ ਕਰਕੇ ਮੈਂ ਉਹਦੀ ਖੋਜ ਵਿੱਚ ਲੱਗਾ ਜਿਨੇ ਸਦਾ ਮੇਰੇ ਨਾਲ ਨਿਭਣਾ, ਮਰਨ ਤੋਂ ਬਾਅਦ ਵੀ ਨਿਭਣਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿੰਨੀ ਦੇਰ ਤੱਕ ਇਹਦੀ ਸੁਰਤ ਨਹੀਂ ਜੁੜੀ, ਉਦੋਂ ਤੱਕ ਹਾਲਾਤ ਕੀ ਸੀ? ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪਰਮਾਵਨ ਹੈ, ਚਿਤ ਹਰਣੰ ਤ੍ਰੈ ਲੋਕ ਗਮਯੰ ਜਪ ਤਪ ਸੀਲ ਬਿਦਾਰਨ ਹੈ, ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਨ ਹੈ, ਤਬ ਭੈ ਬਿਮੁੰਚਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ। ਜਿੰਨੀ ਦੇਰ ਤੱਕ ਸੁਰਤ ਨਹੀਂ ਸੀ ਜੁੜੀ, ਸੁਰਤ ਕਾਮ 'ਚ ਜੁੜੀ ਸੀ। ਤੇ ਮਹਾਰਾਜ ਕਹਿੰਦੇ ਉਂਝ ਇਹਨੇ ਕਾਮ ਨੂੰ ਮਿੱਤਰ ਬਣਾਇਆ ਸੀ, ਪਰ ਕਾਮ ਕੀ ਕਰਦਾ? ਕਾਮ ਇਹਦੀ ਸਾਰੀ ਇੱਜ਼ਤ ਹੀ ਖੋ ਕੇ ਲੈ ਜਾਂਦਾ। ਤੁਸੀਂ ਦੇਖੋ ਇੱਕ ਬੰਦੇ ਦੇ ਵਿੱਚ ਹੋਰ ਜਿੰਨੇ ਮਰਜ਼ੀ ਔਗਣ ਹੋਣ, ਦੁਨੀਆ ਉਹਨੂੰ ਇੰਨੀ ਘਿਰਣਾ ਨਾਲ ਨਹੀਂ ਵੇਖਦੀ ਜਿੰਨੀ ਘਿਰਣਾ ਦੇ ਨਾਲ ਕਿਰਦਾਰ ਤੋਂ ਗਿਰੇ ਹੋਏ ਬੰਦੇ ਨੂੰ ਦੇਖਿਆ ਜਾਂਦਾ। ਪਤਾ ਲੱਗ ਜਾਵੇ ਨਾ ਇਹ ਜੀ ਕਾਮ ਵਸ ਹੋ ਕੇ ਕੋਈ ਕਰਮ ਕਮਾ ਕੇ ਆਇਆ, ਇੱਜ਼ਤ ਚਲੀ ਜਾਂਦੀ ਹੈ। ਮਹਾਰਾਜ ਕਹਿੰਦੇ ਕਾਮ ਬੰਦੇ ਦੀ ਇੱਜ਼ਤ ਖੋ ਲੈਂਦਾ ਹੈ ਸਾਧ ਸੰਗਤ। ਜਿੰਨੀ ਦੇਰ ਤੱਕ ਇਹਨੇ ਕਾਮ ਦੀ ਸੰਗਤ ਕੀਤੀ, ਕਾਮ ਇਹਦੀ ਸੰਗਤ ਕੋਂਦਾ ਹੈ। ਕਲ ਮੂਲ ਕਰੋਦੰ ਕਦੰਚ ਕਰਨਾ ਨਾ ਉਪਰਜਤੇ, ਵਿਖਯੰਤ ਜੀਵੰ ਵਸਿਯੰ ਕਰੋਤ ਨਿਰਤਯੰ ਕਰੋਤ ਜਥਾ ਮਰਕਟ ਹੈ, ਅਨਕ ਸਾਸਨ ਤਾੜੰਤ ਜਮਦੂਤ ਹੈ, ਤਵ ਸੰਗੇ ਅਦਮੰ ਨਰਹਿ, ਦੀਨ ਦੁਖ ਭੰਜਨ ਦਇਆਲ ਪ੍ਰਭ ਨਾਨਕ ਸਰਬ ਜੀ ਰੱਖਿਆ ਕਰੋਤ। ਇਹਨੇ ਸੰਗਤ ਕੀਤੀ ਕ੍ਰੋਧ ਦੀ, ਤੇ ਮਹਾਰਾਜ ਕਹਿੰਦੇ ਕ੍ਰੋਧ ਫਿਰ ਇਹਨੂੰ ਬਾਂਦਰ ਦੀ ਤਰ੍ਹਾਂ ਨਚਾਉਂਦਾ ਹੈ। ਕ੍ਰੋਧ ਇਹਦੀ ਸਿਆਣਪ ਖੋ ਲੈਂਦਾ। ਤੁਸੀਂ ਦੇਖੋ ਬੰਦਾ ਜਿੰਨਾ ਮਰਜ਼ੀ ਗਿਆਨੀ ਹੋਵੇ ਨਾ, ਜਦੋਂ ਬੰਦੇ ਨੂੰ ਕ੍ਰੋਧ ਆਉਂਦਾ ਹੈ ਨਾ, ਜਿਹੜਾ ਬੰਦਾ ਸਿਆਣਪ ਵਸ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ ਨਾ, ਕ੍ਰੋਧ ਵਸ ਹੋਇਆ ਬੰਦਾ ਬਾਂਦਰਾਂ ਦੀਆਂ ਟਪੂਸੀਆਂ ਮਾਰਦਾ ਹੈ, ਉਹਨੂੰ ਆਪਣੀ ਸਿਆਣਪ ਵੀ ਭੁੱਲ ਜਾਂਦੀ ਹੈ, ਭੁੱਲ ਜਾਂਦੀਆਂ ਚੰਗੀਆਂ ਗੱਲਾਂ ਸਾਰੀਆਂ। ਕ੍ਰੋਧ ਵਸ ਬੰਦਾ ਉਹ ਵੀ ਕੁਝ ਬੋਲਦਾ ਜੋ ਨਹੀਂ ਬੋਲਣਾ ਚਾਹੀਦਾ। हे काल मूल करोदं कदंच करुणा न उपरजते, विख्यंत जीवं वस्यं करोत निरत्यं करोत जथा मरकटे। हे लोभा लंपट संग सिर मोर है, अनक लहरी कलोलते, तावंत जिया बहु प्रकारं, अनक भांत बहुत डोलते। नच मित्रं नच इष्टं नच बाधव नच मात पिता तब लज्जया, अकरणं करोत अखाद खाद्यं, असाज्यं साज समझया। त्राहे त्राहे सरन स्वामी, विज्ञापत नानक हर नर हर है। महाराज कहते लोभ ਇਹਦਾ ईमान खो ਲੈਂਦਾ, ਇਹਦਾ ਜ਼ਮੀਰ ਖੋ ਲੈਂਦਾ ਹੈ। ਲੋਭ ਵਸ ਬੰਦਾ ਆਪਣੇ ਮਾਤਾ ਪਿਤਾ ਦੀ ਵੀ ਪਰਵਾਹ ਨਹੀਂ ਕਰਦਾ। ਲੋਭ ਵਸ ਹੋਇਆ ਬੰਦਾ ਆਪਣੇ ਮਿੱਤਰਾਂ ਦੀ ਪਰਵਾਹ ਵੀ ਨਹੀਂ ਕਰਦਾ। ਮੈਂ ਬੇਨਤੀ ਕਰਾਂ, ਲੋਭ ਵਸ ਬੰਦਾ ਆਪਣਾ ਇਸ਼ਟ ਵੀ ਵੇਚ ਦਿੰਦਾ। तो महाराज कहते जिन्नी देर तक सुरत वकारां च सी, लोभ ਇਹਦਾ ईमान खो ਲੈਂਦਾ ਹੈ। मोह वस होया बंदा गृहस्थी जंग दे विच हार जांदा है। हे अजित सूर संग्रामं, अत बलना बहु मर्दन है, गन गंधर्व देव मनुख्यं, पस पंखी बमोहत है, हर करण हारं नमस्कारं, सरन नानक जगदीश्वरे। तो ये पंजा वकारां दी गल कीती, हंकार दी गल कीती। हंकार वस होया बंदा मित्रां नूं भी दुश्मन बना लैंदा। ईगो दे विच आया बंदा जदों अपनी जुबान तो बोलदा है, ते जिन्हां नूं मित्रां करके नेड़े बनाया सी मिंट च दुश्मन बना दिंदा है। क्योंकि आकड़ हमेशा मित्रां नूं दुश्मन च ही बदलदी है साध संगत। पर महाराज कहंदे जदों इहदी सुरत टिकी, उदों इहनूं एहसास होया कि मैं तां कल्ला है, मेरा तां आसरा परमात्मा है। ते जदों बंदे अंदर बैराग आउंदा है ना, उदों उहदे अंदर इक्को ही मंग हुंदी है, मेरे वाहिगुरू मैनूं दुख ते सुख दी परवाह नहीं,
ਮੈਨੂੰ ਸਰਦੀ ਗਰਮੀ ਦੀ ਪਰਵਾਹ ਨਹੀਂ, ਮੈਨੂੰ ਭੁੱਖ ਦੀ ਪਰਵਾਹ ਨਹੀਂ। ਮੈਨੂੰ ਜੇ ਕੁਝ ਚਾਹੀਦਾ ਹੈ ਪਰਮਾਤਮਾ, ਕੇਵਲ ਤੇਰਾ ਮਿਲਾਪ ਚਾਹੀਦਾ ਹੈ, ਤੇਰੇ ਤੋਂ ਬਿਨਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇਹ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਤਨ ਮਨ ਕਾਟ ਕਾਟ ਸਬਰ ਪੀ, ਵਿੱਚ ਅਗਨੀ ਆਪ ਜਲਾਈ। ਪੱਖਾ ਫੇਰੀ ਪਾਣੀ ਢੋਵਾ, ਜੋ ਦੇਹ ਸੋ ਖਾਈ। ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਹੋ ਵਡਿਆ। ਇਹ ਬੈਰਾਗ ਦੀ ਅਵਸਥਾ ਹੈ, ਜਦੋਂ ਬੰਦਾ ਦੁਨਿਆਵੀ ਦੁੱਖਾਂ ਸੁੱਖਾਂ ਦੀ ਪਰਵਾਹ ਛੱਡ ਕੇ ਕੇਵਲ ਇੱਕ ਵਾਹਿਗੁਰੂ ਜੀ ਦੇ ਮਿਲਾਪ ਨੂੰ ਲੋਚਦਾ ਹੈ। ਇਹਨੂੰ ਬੈਰਾਗ ਦੀ ਅਵਸਥਾ ਕਹਿੰਦੇ ਨੇ। ਬੈਰਾਗ ਵਸ ਹੋਇਆ ਬੰਦਾ ਠੰਡੇ ਬੁਰਜ ਦੀ ਪਰਵਾਹ ਵੀ ਨਹੀਂ ਕਰਦਾ, ਨੀਹਾਂ ਦੀ ਪਰਵਾਹ ਵੀ ਨਹੀਂ ਕਰਦਾ, ਰੰਬੀਆਂ ਤੇ ਆਰਿਆਂ ਦੀ ਵੀ ਪਰਵਾਹ ਨਹੀਂ ਕਰਦਾ। ਉਹ ਜੇ ਪਰਵਾਹ ਕਰਦਾ ਤੇ ਬਸ ਇੰਨੀ ਕਰਦਾ ਹੈ ਕਿ ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਹੋਂ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਮੇਰਾ ਰੁੱਸੇ ਨਾ, ਜਿਹਨੂੰ ਕਹਿੰਦੇ ਨੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜਾਏ। ਉਹ ਪਰਵਾਹ ਨਹੀਂ ਕਰਦਾ ਦੁਨੀਆ ਕੀ ਕਹਿੰਦੀ, ਵਿਰੋਧ ਕਰਦੀ, ਕਰਨ ਦਿਓ, ਪਰ ਮੈਂ ਆਪਣੇ ਗੁਰੂ ਦੇ ਅਸੂਲਾਂ ਤੇ ਚੱਲਣਾ। ਆ ਕਈ ਵਾਰੀ ਹੁਣ ਦੇਖੋ ਆ ਕਾਰਜ ਕਰਦੇ ਆ ਨਾ, ਅਸੀਂ ਗੁਰੂ ਦੀ ਪਰਵਾਹ ਨਹੀਂ ਕਰਦੇ। ਗੁਰੂ ਰੁੱਸਦਾ, ਰੁੱਸਣ ਦਿਓ, ਸਮਾਜ ਨਹੀਂ ਰੁੱਸਣ ਦੇਣਾ। ਕਦੀ ਉਹਦੀ ਪਰਵਾਹ, ਕਦੀ ਉਹਦੀ ਪਰਵਾਹ। ਤੇ ਇਹ ਤਾਂ ਮੈਟਰ ਹੀ ਨਹੀਂ ਕਰਦਾ ਕਿ ਜਿੰਨੇ ਸਾਡੇ ਵਾਸਤੇ ਬੱਚੇ ਤੱਕ ਵਾਰ ਦਿੱਤੇ, ਉਹਦੀ ਵੀ ਪਰਵਾਹ ਕਰਨੀ ਹੈ ਕਿ ਨਹੀਂ ਕਰਨੀ। ਮੈਂ ਬੇਨਤੀ ਕਰਾਂ ਸਾਧ ਸੰਗਤ, ਸਮਾਜ ਨੂੰ ਮਨਾਉਣ ਲਈ ਜਦੋਂ ਉਸ ਗੁਰੂ ਸਾਹਿਬ ਦੀ ਦੱਸੀ ਗੱਲ ਤੋਂ ਮੁਨਕਰ ਹੁੰਨੇ ਆ ਨਾ, ਇੱਕ ਪਾਸੇ ਉਹ ਜਿਨੇ ਇਸ ਮਰਿਆਦਾ ਨੂੰ ਬਹਾਲ ਕਰਨ ਲਈ ਆਪਣੇ ਚਾਰੇ ਵਾਰ ਦਿੱਤੇ, ਤੇ ਵਾਰ ਕੇ ਵੀ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ। ਜਦੋਂ ਵੀ ਘਰਾਂ ਦੇ ਵਿੱਚ ਫੋਕੀ ਰਸਮ ਕਰਨ ਲੱਗੋ, ਗਿੱਧੇ ਭੰਗੜੇ ਪਾਉਣ ਲੱਗੋ, ਸ਼ਰਾਬਾਂ ਚਲਾਉਣ ਲੱਗੋ, ਇੱਕ ਵਾਰੀ ਸਰਬੰਸਦਾਨੀ ਨੂੰ ਯਾਦ ਕਰ ਲਿਓ ਕਿ ਉਹਨਾਂ ਨੇ ਕਿਨ ਪੁੱਤਰਨ ਲਈ ਕਿਹਾ ਸੀ, ਸਾਡੇ ਵਾਸਤੇ। ਕੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਇਹੋ ਜਿਹੇ ਹੋ ਸਕਦੇ ਨੇ ਜਿਨ੍ਹਾਂ ਦੇ ਘਰਾਂ 'ਚ ਸ਼ਰਾਬਾਂ ਚੱਲਦੀਆਂ ਨੇ? ਕੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਇਹੋ ਜਿਹੇ ਹੁੰਦੇ ਨੇ? ਇੱਕ ਪਾਸੇ ਗੁਰੂ ਬੋਲ ਕੇ ਕਹਿੰਦਾ ਨੱਚਣ ਕੁੱਦਣ ਮਨ ਕਾ ਜਾਓ, ਤੇ ਦੂਜੇ ਪਾਸੇ ਗੁਰੂ ਤੇਰੀ ਪਰਵਾਹ ਨਹੀਂ, ਤੂੰ ਜੋ ਬੋਲਦਾ ਬੋਲੀ ਜਾ, ਅਸੀਂ ਤਾਂ ਆਪਣਾ ਕੰਮ ਕਰਨਾ। ਹੁਣ ਮੈਂ ਗੁਰਬਾਣੀ ਦੇ ਵਿੱਚੋਂ ਸ਼ਬਦ ਕਿਉਂ ਰੱਖ ਰਿਹਾ, ਕਈ ਵਾਰੀ ਅਸੀਂ ਸੋਚ ਲੈਂਦੇ ਜੀ ਐਵੇਂ ਆਪ ਦੇ ਵੱਲੋਂ ਕਹੀ ਜਾਂਦਾ, ਤਾਂ ਕਰਕੇ ਮੈਂ ਗੁਰਬਾਣੀ ਦੇ ਵਿੱਚੋਂ ਵਾਰ-ਵਾਰ ਬਚਨ ਦੁਹਰਾ ਰਿਹਾ। ਪ੍ਰਵਾਨ ਕਰੋ ਸਾਧ ਸੰਗਤ, ਜਿਹਦੇ ਹਿਰਦੇ 'ਚ ਬੈਰਾਗ ਆ ਗਿਆ, ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਜਿਹੜਾ ਸਤਿਪੁਰਸ਼ ਹੁੰਦਾ ਹੈ ਉਹ ਆਪਣਾ ਗੁਣ ਨਹੀਂ ਛੱਡਦਾ, ਭਾਵੇਂ ਉਹਦਾ ਕੋਈ ਵਿਰੋਧ ਵੀ ਕਰੀ ਜਾਵੇ। ਉਹ ਇਹ ਨਹੀਂ ਕਹਿੰਦਾ ਜੀ ਲੈ ਉਹ ਤਾਂ ਵਿਰੋਧ ਕਰਦੇ ਨੇ। ਧਿਆਨ ਨਾਲ, ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਉਹ ਆਪਣਾ ਗੁਣ ਨਹੀਂ ਗਵਾਉਂਦਾ। ਤੋ ਬੈਰਾਗ ਦੀ ਅਵਸਥਾ ਵਿੱਚ ਬੰਦਾ ਦੁਨਿਆਵੀ ਪਦਾਰਥਾਂ ਦੀ ਪਰਵਾਹ ਨਹੀਂ ਕਰਦਾ, ਕੇਵਲ ਗੁਰੂ ਤੇ ਪਰਮਾਤਮਾ ਦੇ ਮਿਲਾਪ ਦੀ ਪਰਵਾਹ ਕਰਦਾ ਹੈ। ਤੇ ਚੌਥੀ ਲਾਭ ਦੇ ਵਿੱਚ ਮਹਾਰਾਜ ਬਚਨ ਕਰਦੇ ਨੇ, ਹਰ ਚੌਥੜੀ ਲਾਭ ਮਨ ਸਹਿਜ ਭਇਆ, ਹਰ ਪਾਇਆ ਬਲਰਾਮ ਜੀ। ਇਸ ਅਵਸਥਾ ਦੇ ਵਿੱਚ ਬੰਦੇ ਦੇ ਅੰਦਰ ਸਹਿਜ ਆਉਂਦਾ ਹੈ, ਪਰਮਾਤਮਾ 'ਚ ਅਭੇਦ ਹੋ ਜਾਂਦਾ ਹੈ। ਜਿਹਨੂੰ ਮਹਾਰਾਜ ਨੇ ਕਿਹਾ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਹੇ। ਜਿਵੇਂ ਸਮੁੰਦਰ ਤੇ ਉਹਦੀਆਂ ਲਹਿਰਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਇਸੇ ਤਰ੍ਹਾਂ ਬੰਦਾ ਤੇ ਬੰਦੇ ਦੇ ਜੀਵਨ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਬੰਦਾ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਪਰਮਾਤਮਾ ਨਿਰਭਉ ਹੈ, ਪਰਮਾਤਮਾ 'ਚ ਅਭੇਦ ਹੋਇਆ ਵੀ ਨਿਰਭਉ ਹੋ ਜਾਂਦਾ ਹੈ। ਪਰਮਾਤਮਾ ਨਿਰਵੈਰ ਹੈ, ਪਰਮਾਤਮਾ 'ਚ ਅਭੇਦ ਹੋਇਆ ਵੀ ਨਿਰਵੈਰ ਹੋ ਜਾਂਦਾ ਹੈ। ਇੱਕ ਸਾਖੀ ਕਹਿ ਕੇ ਮੈਂ ਫਤਿਹ ਬੁਲਾਵਾਂ, ਜਿਹਨੂੰ ਸਮਝ ਲਈਏ ਵੀ ਹਰ 'ਚ ਅਭੇਦ ਹੋਣ ਦੀ ਅਵਸਥਾ ਕੀ ਹੈ। ਗੁਰੂ ਨਾਨਕ ਸਾਹਿਬ ਕਸ਼ਮੀਰ ਪਹੁੰਚੇ, ਨਾਲ ਭਾਈ ਮਰਦਾਨਾ ਜੀ ਹਨ। ਗੁਰੂ ਨਾਨਕ ਸਾਹਿਬ ਦਾ ਹੁਕਮ ਪਾ ਕੇ ਭਾਈ ਮਰਦਾਨਾ ਜੀ ਕਸ਼ਮੀਰ ਦੀਆਂ ਗਲੀਆਂ ਘੁੰਮਣ ਨਿਕਲੇ, ਆਜੜੀ ਨਾਲ ਹੈ। ਤੇ ਸਾਧ ਸੰਗਤ ਜਦੋਂ ਕਸ਼ਮੀਰ ਦੀਆਂ ਗਲੀਆਂ ਘੁੰਮ ਰਹੇ ਨੇ, ਕਿਉਂਕਿ ਉਹ ਸੁੰਦਰ ਇਲਾਕਾ ਸੀ, ਸਾਹਮਣੇ ਸੋਹਣਾ ਪਹਾੜ ਦਿਖਿਆ, ਤੇ ਆਜੜੀ ਕਹਿਣ ਲੱਗਾ ਮਰਦਾਨਾ ਜੀ ਦੇਖੋ ਪਹਾੜ ਕਿੰਨਾ ਸੋਹਣਾ ਲੱਗ ਰਿਹਾ। ਮਰਦਾਨਾ ਜੀ ਕਹਿਣ ਲੱਗੇ ਪਰਮਾਤਮਾ ਦਾ ਰੰਗ ਕਿੰਨਾ ਸੋਹਣਾ ਲੱਗ ਰਿਹਾ। ਸਾਹਮਣੇ ਫੁੱਲ ਖਿੜਿਆ ਦੇਖਿਆ, ਆਜੜੀ ਕਹਿੰਦਾ ਦੇਖੋ ਜੀ ਫੁੱਲ ਕਿੰਨਾ ਸੋਹਣਾ। ਮਰਦਾਨਾ ਜੀ ਕਹਿਣ ਲੱਗੇ ਪਰਮਾਤਮਾ ਦਾ ਰੰਗ ਕਿੰਨਾ ਸੋਹਣਾ। ਸੁੰਦਰ ਮਕਾਨ ਦੇਖਿਆ, ਆਜੜੀ ਕਹਿੰਦਾ ਮਕਾਨ ਕਿੰਨਾ ਸੋਹਣਾ। ਮਰਦਾਨਾ ਜੀ ਕਹਿੰਦੇ ਪਰਮਾਤਮਾ ਦਾ ਰੰਗ ਕਿੰਨਾ ਸੋਹਣਾ। ਸੋਹਣੇ ਬੱਚੇ ਖੇਡਦੇ ਦੇਖੇ, ਆਜੜੀ ਕਹਿੰਦਾ ਬੱਚੇ ਕਿੰਨੇ ਸੋਹਣੇ। ਮਰਦਾਨਾ ਜੀ ਕਹਿੰਦੇ ਕੁਦਰਤ ਦੀ ਕਾਦਰ ਦੀ ਕੁਦਰਤ ਕਿੰਨੀ ਸੋਹਣੀ। ਵਾਪਸ ਆਏ, ਗੁਰੂ ਨਾਨਕ ਸਾਹਿਬ ਨੇ ਪੁੱਛਿਆ ਦੱਸੋ ਆਜੜੀ ਜੀ ਕੀ ਕੁਝ ਦੇਖਿਆ। ਆਜੜੀ ਕਹਿਣ ਲੱਗਾ ਮਹਾਰਾਜ ਮਕਾਨ
मकान देखे, फुल देखे, पहाड़ देखे, सोहने दृश देखे ते महाराज टोक के कहन लगे मर्दाना जी तुसी दसो तुसी की देखिया। ते मर्दाना जी कहन लगे पातशाह आजड़ी ने मकान देखे होणगे, आजड़ी ने फुल देखे होणगे, आजड़ी ने पहाड़ देखे होणगे, आजड़ी ने सोहने दृश होणगे देखे होणगे, पर सतगुरु मैं जिथे भी देखिया एक परमात्मा देखिया, एक परमात्मा तो बिना मैनू कुछ दिखदा ही नहीं। बस केवल एक परमात्मा ही देखिया, भावें वो दुश्मन भी होवे, मेरा विरोध भी करन वाला होवे, मैं उहदे चों भी रब देखदा है। इहनूं कहंदे हर चौथड़ी लाभ मन सहज पाया, हर पाया बलराम जीओ। ये चार लावां जो सानू सतगुरु ने फरमान कीता है साध संगत, ये चार लावां जिथे सानू अध्यात्मक सेध दिंदियां ने, उत्थे सानू समाज दे फर्ज भी सुचेत करदियां ने। मेरे कोल वक्त नहीं है क्योंकि वक्त हो गया, मैं सिर्फ एक दो बेनतियां इस गुरसिख नूं बच्चे नूं कह के जिहड़ी फतेह विच सांझ पाउणी है साध संगत। बस मुक्कदी गल मैं ये करनी है साध संगत कि तुसीं देखो घर दे विच ना बड़ी वैरायटी हुंदी है। गुरबाणी दे विच बचन है ना कि मेरे प्रभ साचे एक खेल रचाया, कोई ना किसी ही जिहा उपाया। इस दुनिया दे विच कोई एक दूसरे वर्गा नहीं है, हर किसी दे नैन नक्श वक्खो वखरे ने। ते कोई बंदा जिद करे कि जिवें दा मेरा नक है उहदा भी नक उवें दा होना चाहिदा, जिवें दा मेरा मूँह उहदा भी मूँह उवें दा ही होना चाहिदा। ते लोग की कहणगे जी बचपना दिखा रहा है, ये तां बचपना है। इसी तरह साध संगत घर दे विच विचरदे आ ना, हर जी दा सुभाव वक्खो वखरा होना है, हर किसी दे विचार वक्खो वखरे होने ने, हर किसी दे बोलण दा ढंग वक्खो वखरा होना है, हर किसी दी सोचनी वक्खो वखरी होनी है, हर किसी दे कहण दा ढंग वक्खो वखरा होना है। ते जे हुण मैं कहां भी जिवें मैं समझाउणा वो भी उवें ही समझावे, जिवें मैं बोलदा वो भी उवें ही बोले, जिवें मैं सोचदा वो भी उवें ही सोचे। ते साध संगत एवें समाज नहीं चलदा। दो परिवारां दे मिलाप दे विच की होना चाहिदा सी, एक दूजे दे सुभाਅ नूं प्रवान कर लईए, एक नूं ये समझे भी ये मेरी सੱਸ नहीं ये मेरी मां है। जे एवें दा सुभाਅ मेरी मां दा हुंदा ते की मैं अपनी मां नाल नफरत करदी। एक सੱਸ ये गल समझे कि ये मेरी नूं नहीं ये मेरी धी है, ते जे एवें दा सुभाਅ मेरी धी दा होवे ते की मैं अपनी धी नाल वितकरे करांगी, की मैं अपनी धी नूं माड़ा समझांगी? नहीं, जे मैं एवें दे सुभाਅ वाली धी प्रवान कर सकदी, मैनूं ये भी धी प्रवान है। ये चीज़ां संभाल करिए साध संगत। नूं ने सੱਸ नूं मां बनाउणा है, सੱਸ नहीं समझना। ते मैं धी वालियां दे परिवार नूं भी बेनती करांगा, लड़के दे परिवार नूं भी बेनती करांगा, जदों भी बच्चिआं नूं सिੱਖਿਆ देवो यही सिੱਖਿਆ देवो, जदों भी धी दी मां फोन ते गल करे ये ना कहे भी सੱਸਾਂ तां हुंदियां ही एवें दियां, बस यही समझावे धीए वो तेरी सੱਸ नहीं तेरी मां है, जिवें दा मर्जी सुभाਅ है उहनूं मां ही समझना, नफरत नहीं करनी। ते इधरों मैं बेनती करा साध संगत, लड़के दी बच्चे लड़के दे माता पिता भी ये ना कहन भी लै जी हुणे तां जी लग गया इस्त्री दे पिछे, सगों समझावे तू अपने फर्ज निभा, अपने फर्ज निभा, बखूबी निभा। ते बच्चियां दा भी ये फर्ज बनता है साध संगत। महाराज ने कहा ना धन फिर ये ना आखियन बैन इकट्ठे होए एक जोत दोए मूर्ति, धन फिर कहिए सोए शरीर दो ने जोत एक है। इत्थे केवल दो शरीर नहीं मिले, दो परिवार मिले ने, इन्हां दोनां ने रल के दोने परिवारां दी जिम्मेवारियां संभलियां साध संगत। दोने रल के अगवाई करन, अपने परिवार दे फर्ज निभाउण। ये ना होवे कि लड़का हुण केवल इस्त्री विच लग्या रह जावे, माता पिता दे परोपकार भुल जावे, ते इस्त्री भी एवें दी ना होवे कि आपदे पति नूं इहो जिहियां मत्तां देवे भी छड्ड परा मां दी परवाह नहीं करनी। ये गुरु दी हजूरी दे विच अज आपां प्रण करके जाना है। दुनिया इधर दी उधर हो जावे पर असीं इन्हां नूं अपने माता पिता समझना है, परोपकार नहीं विसारने। ते माता पिता भी ये प्रण करके जान कि असीं अपने बच्चों नूं जिम्मेवारियां सिखाउणियां ने, ना कि उन्हां दे आपस दे विच ही फाड़ पवा देने। एक परिवार दूजे परिवार बारे दी निंदिया करे, ये असूल ही बना लो कि इधर दे परिवार दी गल उधर नहीं कहनी, उधर दे परिवार दी गल इधर नहीं कहनी। हमेशा खिमा नूं धारण करके रखो। परिवार दे विच रहिंदिआं कई वारी बोल कबूल बोलिया भी जांदा है, नोक चोक हो भी जाती है। नोकां चोकां भुला देवांगे ते घर दे विच आनंद रवेगा। जिन्नी देर तक दूजे दी कई गल नूं मन च अटकाई रखांगे कलेश पैंदे ही रहणगे साध संगत। जिथे भी किसी ने कबूल बोलता, किसी ने बड़ी सोहनी गल कही, कहंदे किसी नूं गुस्सा एक जी नूं गुस्सा आ जावे ना दूजा ठंडा पै जावे, दूजे नूं गुस्सा आ जावे पहला ठंडा पै जावे।
ਆਮ ਤੌਰ ਤੇ ਕੀ ਹੁੰਦਾ, ਇੱਕ ਗੁੱਸਾ ਹੋਇਆ ਦੂਜਾ ਵੀ ਬਰਾਬਰ ਜਵਾਬ ਦੇਣ ਲਈ ਜਾਂਦਾ ਹੈ। ਜ਼ਰੂਰੀ ਨਹੀਂ ਵੀ ਜਿੱਤਿਆ ਉਹੀ ਹੁੰਦਾ ਜਿਹੜਾ ਕਹਿ ਗਿਆ, ਅਸਲ ਜਿੱਤਿਆ ਉਹ ਹੁੰਦਾ ਜਿਹੜਾ ਸਹਿ ਗਿਆ। ਸਾਧ ਸੰਗਤ, ਜਿਹਨੂੰ ਸਹਿਣਾ ਨਹੀਂ ਆਇਆ ਉਹਨੂੰ ਗ੍ਰਸਤ 'ਚ ਵਿਚਰਨਾ ਵੀ ਨਹੀਂ ਆਇਆ। ਸਾਧ ਸੰਗਤ, ਤੇ ਇਹ ਸੋਚੋ ਵੀ ਜੇ ਮੇਰੇ ਤੋਂ ਗਲਤੀ ਹੋ ਜਾਵੇ, ਮੈਂ ਕੀ ਐਕਸਪੈਕਟ ਕਰਦਾ, ਮੈਂ ਕੀ ਉਮੀਦ ਕਰਦਾ? ਮੈਂ ਇਹੀ ਉਮੀਦ ਕਰਦਾ ਹੈ ਨਾ, ਮੇਰੇ ਤੋਂ ਗਲਤੀ ਹੋਈ ਦੂਜੇ ਮੈਨੂੰ ਮਾਫ ਕਰ ਦੇਣ, ਮੇਰੀ ਗਲਤੀ ਯਾਦ ਨਾ ਰੱਖਣ। ਹਰ ਬੰਦਾ ਇੰਝ ਹੀ ਸੋਚਦਾ ਹੈ ਨਾ। ਤੇ ਜੋ ਵਿਵਹਾਰ ਦੁਨੀਆ ਤੋਂ ਮੈਂ ਆਪਦੇ ਲਈ ਚਾਹੁੰਦਾ ਹੈ ਨਾ, ਉਹੀ ਵਿਵਹਾਰ ਮੈਂ ਦੂਜਿਆਂ ਲਈ ਵੀ ਕਰਾਂ। ਜੇ ਮੈਂ ਇੱਕ ਚਾਹੁੰਦਾ ਹੈ ਨਾ ਵੀ ਲੋਕੀ ਮੈਨੂੰ ਮਾਫ ਕਰ ਦੇਣ, ਤੇ ਮੈਨੂੰ ਵੀ ਕਰਨਾ ਪੈਣਾ ਵੀ ਅਗਲੇ ਦੇ ਬੋਲੇ ਕਬੂਲ ਕਬੂਲ ਮੈਂ ਵੀ ਮਾਫ ਕਰ ਦਿਆਂ। ਸਤਿ ਸੰਗਤ, ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ, ਜਿਤ ਵਸ ਆਵੇ ਕੰਤ। ਨਿਵਣ ਸੋ ਅੱਖਰ ਖਵਣ ਗੁਣ, ਜਿਹਵਾ ਮਣੀਆਂ ਮੰਤ। ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਗੁਰੂ ਸਾਹਿਬ ਕਹਿੰਦੇ ਨੇ, ਇੱਕ ਨਿਮਰਤਾ ਸਿੱਖ ਲਈ, ਸਹਿਣਸ਼ੀਲਤਾ ਸਿੱਖ ਲਈ, ਮਿੱਠਾ ਬੋਲਣਾ ਸਿੱਖ ਲਈ, ਤੇਰੇ ਗ੍ਰਸਤ ਜੀਵਨ ਵਿੱਚ ਕਦੀ ਕੋਈ ਅੜਚਨ ਨਹੀਂ ਆਵੇਗੀ। ਸਤਿਗੁਰੂ ਰਹਿਮਤ ਕਰਨ। ਇੰਨੀਆਂ ਬੇਨਤੀਆਂ ਮੇਰੀਆਂ ਜ਼ਰੂਰ ਪ੍ਰਵਾਨ ਕਰਿਓ। ਵਾਰ-ਵਾਰ ਮੈਂ ਗੱਲ ਦੁਹਰਾਉਣੀ ਚਾਹੁੰਦਾ, ਫਰਜ਼ਾਂ ਨੂੰ ਵੀ ਨਿਭਾਇਓ ਔਰ ਆਪਣੇ ਗੁਰਸਿੱਖੀ ਰਹਿਣੀ ਨੂੰ ਵੀ ਨਿਭਾਇਓ। ਹੋਈਆਂ ਬੇਅੰਤ ਭੁੱਲਾਂ ਖਿਮਾ ਕਰ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।